ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਖ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਪੂਰਨ ਦੇਖਿਓ ਆਤਮਾ ਦਵੈਤ ਹੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੋ ਤਿਨ ਪਦ ਨਮੋ ਹਮਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਿਗੋਬਿੰਦ ਧੀਰ ਬਲੀਵਾਰ ਬੀਰ ਸਮੀਰ ਕੇ ਸੰਗ ਬਖਾਨਾ। ਆਏ ਸਹਾਇਕ ਹੋਏ ਅਬੈ ਲਗ ਸੈਲ ਹਿਮਲ ਹੈ ਸੀਤ ਮਹਾਨਾ। ਸ੍ਰੀ ਹਰਿਗੋਬਿੰਦ ਧੀਰ ਬਲੀਵਾਰ ਬੀਰ ਸਮੀਰ ਕੇ ਸੰਗ ਬਖਾਨਾ। ਆਏ ਸਹਾਇਕ ਹੋਏ ਅਬੈ ਲਗ ਸੈਲ ਹਿਮਲ ਹੈ ਸੀਤ ਮਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ 84 ਲੱਖ ਜੂਨਾਂ ਦੇ ਰਿਜ਼ਕ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਪਾਰ ਰਹਿਮਤ ਕਿਰਪਾ ਕਰਕੇ ਸਾਨੂੰ ਦੁਨਿਆਵੀ ਜੀਵਾਂ ਨੂੰ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਏ।
ਆਪ ਜੋ ਮਹਾਂਪੁਰਖਾਂ ਦੇ ਸਥਾਨ 'ਤੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਏ, ਉਸ ਦਾ ਸੋਭਨੇਕ ਸਮਾਂ ਬਣ ਆਇਆ। ਆਪਾਂ ਜੋ ਵਿਚਾਰ ਆ ਰਹੀ ਉਹਨੂੰ ਮਿਲ ਬੈਠ ਕੇ ਸਰਵਣ ਕਰੀਏ। ਸਭ ਤੋਂ ਪਹਿਲਾਂ ਕਲਗੀਧਰ ਪਿਤਾ ਜੀਆਂ ਦੀ ਬਖਸ਼ਿਸ਼ ਕੀਤੀ, ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਕੱਲ੍ਹ ਦੇ ਅਧਿਆਏ ਅੰਦਰ ਸਰਵਣ ਕੀਤਾ ਕਿ ਲਲਾ ਬੇਗ ਨੇ ਆਪਣਾ ਇੱਕ ਦੂਤ ਹਸਨ ਖਾਂ ਭੇਜਿਆ। ਸਿੱਖਾਂ ਨੇ ਕਹਿੰਦੇ ਅੱਗੋਂ ਪਛਾਣ ਕੇ ਫੜ ਲਿਆ, ਬੜੀ ਕੁੱਟਮਾਰ ਕੀਤੀ। ਐਵੇਂ ਪਾਤਸ਼ਾਹ ਦੇ ਕੋਲ ਗਿਆ, ਜਾ ਕੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਬਚਾ ਲੇਵੋ। ਮਹਾਰਾਜ ਜੀਆਂ ਨੇ ਦੀਨ ਜਿਹਾ ਸਮਝ ਕੇ ਸਿੱਖਾਂ ਦੇ ਕੋਲੋਂ ਬਚਾ ਲਿਆ। ਬਾਬਾ ਵਿਧੀ ਚੰਦ ਨੂੰ ਕਹਿ ਕੇ ਬਾਹਾਂ ਖੁਲਵਾ ਦਿੱਤੀਆਂ। ਸੱਚੇ ਪਾਤਸ਼ਾਹ ਜੀ ਪੁੱਛਦੇ, ਭਾਈ ਦੱਸਣਾ ਕਰ, ਤੂੰ ਕਿੱਧਰੋਂ ਆਇਆ, ਕਿਹਨੇ ਤੈਨੂੰ ਭੇਜਿਆ, ਇਹ ਸਾਰੀ ਵਾਰਤਾ ਦੱਸ, ਨਹੀਂ ਤਾਂ ਫਿਰ ਸਿੱਖਾਂ ਨੂੰ ਫੜਾ ਦੇਵਾਂਗਾ, ਐਵੇਂ ਵਾਧੂ ਦੀ ਮਾਰ ਖਾਏਗਾ। ਐਵੇਂ ਕਹਿੰਦੇ ਹਸਨ ਖਾਂ ਨੇ ਸੁਣ ਕੇ ਪਾਤਸ਼ਾਹ ਤੋਂ ਦੱਸਿਆ, ਪਾਤਸ਼ਾਹ ਲਲਾ ਬੇਗ ਨੇ ਭੇਜਿਆ ਏ ਮੈਨੂੰ। ਆ ਮੁਗਲਾਂ ਦੀਆਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਤੇ ਮੈਨੂੰ ਅੱਗੋਂ ਦੀ ਭੇਜਿਆ ਕਿ ਜਾ ਕੇ ਪਤਾ ਤਾਂ ਕਰ ਕਿੰਨੀ ਕੁ ਫੌਜ ਗੁਰੂ ਨਾਲ ਲਈ ਫਿਰਦਾ। ਐਵੇਂ ਬਾਦਸ਼ਾਹ ਤੁਹਾਡੇ ਕੋਲ ਆਇਆ ਕਿ ਮੈਂ ਸਾਰਾ ਕੁਝ ਵੇਖਿਆ। ਤੁਹਾਡੇ ਜਵਾਨਾਂ ਨੂੰ ਜਦੋਂ ਵੇਖਿਆ ਪਾਤਸ਼ਾਹ, ਵੇਖ ਕੇ ਮੈਨੂੰ ਐਵੇਂ ਲੱਗਦਾ ਤੁਹਾਡੇ 100 ਸਿੱਖਾਂ ਦਾ ਜਥਾ ਇਹਨਾਂ ਦੇ 700 ਜਵਾਨਾਂ ਦੇ ਉੱਪਰ ਬੜੇ ਭਾਰੀ ਪੈਣਗੇ। ਤੁਹਾਡਾ ਇੱਕ ਸਿੱਖ ਬੜੇ ਬਲ ਵਾਲਾ ਹੈ ਪਾਤਸ਼ਾਹ। ਇਹ ਸਾਰੇ ਸ਼ੇਰਾਂ ਦੀ ਨਿਆਈ ਨੇ। ਆਗੋ ਲਲਾ ਬੇਗ ਦੀ ਫੌਜ ਤਾਂ ਗਿੱਦੜਾਂ ਵਾਂਗੂ ਭੁੜਕੀ ਜਾਂਦੀ। ਐਵੇਂ ਕਹਿੰਦੇ ਪਾਤਸ਼ਾਹ ਅੱਗੇ ਜਦੋਂ ਕਿਹਾ, ਮਹਾਰਾਜ ਬੜੇ ਖੁਸ਼ ਹੋਏ। ਫਿਰ ਉਸ ਵੇਲੇ ਕਹਿੰਦੇ ਪਾਤਸ਼ਾਹ ਨੇ ਇੱਕ ਪੱਗ ਵੀ ਦਿੱਤੀ, ਇਹਨੂੰ ਸਿਰੋਂ ਪਾਉ ਦੇ ਤੌਰ 'ਤੇ ਲੈ ਕੇ ਬੜੀ ਕਾਹਲੀ ਦੇ ਨਾਲ ਲਲਾ ਬੇਗ ਦੇ ਕੋਲ ਜਾ ਕੇ ਸਾਰੀ ਵਾਰਤਾ ਦੱਸੀ। ਜਦੋਂ ਪਾਤਸ਼ਾਹ ਦੀ ਵਡਿਆਈ ਕੀਤੀ, ਸੁਣ ਕੇ ਕਹਿੰਦੇ ਲਲਾ ਬੇਗ ਸ਼ਰਾਬ ਦੇ ਨਾਲ ਰੱਜਿਆ ਸੀ। ਸੁਣ ਕੇ ਸਾਰੀ ਗੱਲ ਨੂੰ ਬੜਾ ਹੀ ਕ੍ਰੋਧ ਦੇ ਵਿੱਚ ਆਇਆ। ਕ੍ਰੋਧ 'ਚ ਆ ਕੇ ਬੜੀ ਮਾਰ ਵੀ ਕੀਤੀ, ਬੜਾ ਮਾਰਿਆ ਦੂਤ ਨੂੰ। ਐਵੇਂ ਆਪਣੀ ਬੇਇੱਜ਼ਤੀ ਨਾ ਸਹਾਰਦਾ ਹੋਇਆ ਪਾਤਸ਼ਾਹ ਦੇ ਕੋਲ ਆ ਗਿਆ। ਤੇ ਮਹਾਰਾਜ ਜੀਆਂ ਦਾ ਜਿਵੇਂ ਬਿਰਧ ਹੈ ਵੀ ਜਿਹੜਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ ਪਾਤਸ਼ਾਹ ਫਿਰ ਉਹਨੂੰ ਛਾਤੀ ਨਾਲ ਲਾ ਲੈਂਦਾ ਏ। ਐਵੇਂ ਕਹਿੰਦੇ ਹਸਨ ਖਾਂ ਨੂੰ ਪਾਤਸ਼ਾਹ ਨੇ ਆਪਣੇ ਕੋਲ ਬਿਠਾਇਆ। ਮਹਾਰਾਜ ਕਹਿਣ ਲੱਗੇ, ਤੈਨੂੰ ਹੁਣ ਕਾਬਲ ਦਾ ਰਾਜ ਦਿਵਾਵਾਂਗਾ। ਐਵੇਂ ਰਾਏ ਜੋਧ ਨੇ ਸੁਣਿਆ, ਪਾਤਸ਼ਾਹ ਇਹ ਕੀ ਕੀਤਾ ਤੁਸੀਂ, ਇਹ ਤਾਂ ਦੂਤ ਏ। ਮਹਾਰਾਜ ਕਹਿਣ ਲੱਗੇ, ਰਾਏ ਜੋਧ ਜਿਹੜਾ ਸਾਡੀ ਸ਼ਰਨ ਵਿੱਚ ਆ ਜਾਵੇ ਉਹਨੂੰ ਫਿਰ ਅਸੀਂ ਗੱਲ ਦੇ ਨਾਲ ਲਾਉਣਾ ਮੰਨਦੇ ਹਾਂ, ਇਸ ਲਈ ਇਹ ਸਾਡਾ ਬਿਰਧ ਹੈ। ਹਾਂ ਫਿਰ ਕੀ ਹੋਵੇਗਾ ਜੇ ਜਾ ਕੇ ਸਾਡੀ ਚੁਗਲੀ ਕਰ ਦੇਵੇਗਾ ਜਾ ਕੇ ਮੁਗਲਾਂ ਦੇ ਕੋਲੋਂ, ਸਾਡਾ ਫਿਰ ਵੀ ਕੁਝ ਨਹੀਂ ਵਿਗਾੜ ਸਕਦੇ ਇਹ ਮੁਗਲ। ਐਵੇਂ ਕਹਿੰਦੇ ਵਾਰਤਾਲਾਪ ਹੋਈ ਤੇ ਫਿਰ ਲਲਾ ਬੇਗ ਨੇ ਆਪਣਾ ਪਹਿਲਾ ਜਰਨੈਲ ਕਮਰ ਬੇਗ ਤੋਰਿਆ। ਐਵੇਂ ਉਧਰੋਂ ਸੱਚੇ ਪਾਤਸ਼ਾਹ ਜੀਆਂ ਨੇ 100 ਜਵਾਨ ਅੱਗੇ ਕਰਕੇ ਤੋਰ ਦਿੱਤੇ ਵੀ ਜਾ ਕੇ ਵੇਖ ਲਿਓ, ਜਿਸ ਵੇਲੇ ਮੁਗਲ ਕੋਲ ਆ ਜਾਣ ਤੁਸੀਂ ਗੋਲੀਬਾਰੀ ਸ਼ੁਰੂ ਕਰ ਦਿਓ। ਐਵੇਂ ਕਹਿੰਦੇ ਕਮਰ ਬੇਗ ਜਦੋਂ ਆਪਣੀਆਂ ਫੌਜਾਂ ਨੂੰ ਲੈ ਕੇ ਗਿਆ, ਸਿੱਖਾਂ ਨੇ ਵੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐਵੇਂ ਜਦੋਂ ਪਾਤਸ਼ਾਹ ਨੇ ਸੁਣਿਆ, ਉਸ ਵੇਲੇ ਮਹਾਰਾਜ ਇੱਧਰੋਂ ਆਪਣਾ ਪਹਿਲਾ ਜਰਨੈਲ ਤੋਰਦੇ ਨੇ ਰਾਏ ਜੋਧ ਨੂੰ। ਰਾਏ ਜੋਧ ਨੂੰ ਮਹਾਰਾਜ ਜੀਆਂ ਨੇ ਤੋਰਿਆ। ਰਾਏ ਜੋਧ ਅੱਗੇ ਜਾ ਕੇ ਅਗਵਾਈ ਕਰਦਾ ਏ। ਐਵੇਂ ਕਹਿੰਦੇ ਬੜਾ ਘਮਸਾਨ ਦਾ ਯੁੱਧ ਜਿਹੜਾ ਸ਼ੁਰੂ ਹੋਇਆ ਸੀ, ਬੜੀ ਕੱਟ ਵੱਢ ਹੋਈ। ਐਵੇਂ ਆਪਾਂ ਕੱਲ ਸਾਰੀ ਵਾਰਤਾ ਸੁਣੀ ਸੀ। ਹੁਣ ਕਿਵੇਂ 6ਵੇਂ ਪਾਤਸ਼ਾਹ ਜੀਆਂ ਦੇ ਸਿੰਘ ਸਾਰਾ ਯੁੱਧ ਦਾ ਜਿਹੜਾ ਨਜ਼ਾਰਾ ਹੈ ਸਾਹਮਣੇ ਪੇਸ਼ ਕਰਦੇ ਨੇ, ਉਹ ਸਾਰੀ ਵਾਰਤਾ ਨੂੰ ਆਪਾਂ ਮਨ ਬਿਰਤੀਆਂ ਕਾਗਰ ਕਰਕੇ ਮਿਲ ਬੈਠ ਕੇ ਸਰਵਣ ਕਰੀਏ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਹਰਿ ਗੋਬਿੰਦ ਧੀਰ
ਬਲੀ ਬਰ। ਐਵੇਂ ਜਿਹੜੇ ਛੇਵੇਂ ਪਾਤਸ਼ਾਹ ਕਹਿੰਦੇ ਧੀਰ ਜਵਾਨ ਤੇ ਬੜੇ ਹੀ ਬਲੀ ਹਨ। ਵੀਰ ਸਮੀਰ ਤੇ ਸੰਗ ਬਖਾਨਾ। ਉਸ ਵੇਲੇ ਕਹਿੰਦੇ ਪਾਤਸ਼ਾਹ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ। ਆਇ ਸਹਾਇਕ ਹੋਏ ਅਵੈ। ਸੱਚੇ ਪਾਤਸ਼ਾਹ ਜੀਆਂ ਨੇ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਅੱਗੇ, ਇਹ ਸੱਚੇ ਪਾਤਸ਼ਾਹ ਹੁਣ ਆ ਕੇ ਮੇਰੀ ਜੰਗ ਦੇ ਵਿੱਚ ਸਹਾਇਤਾ ਕਰੋ। ਆਇ ਸਹਾਇਕ ਹੋਏ ਅਵੈ। ਹੁਣ ਆ ਕੇ ਮੇਰੀ ਸਹਾਇਤਾ ਕਰੋ, ਹਰ ਪੱਖ ਤੋਂ ਰੱਖ ਲੇਵੋ। ਲਗ ਸੈਨ ਹਿਮਾਲਹ ਸੀਤ ਮਹਾਨਾ। ਕਹਿੰਦੇ ਉਸ ਵੇਲੇ ਠੰਡ ਦੇ ਦਿਨ ਸਨ ਤੇ ਬੜੀ ਹੀ ਠੰਡੀ ਹਵਾ ਕਹਿੰਦੇ ਜਿਹੜੇ ਹਿਮਾਲਿਆ ਪਰਬਤ ਨੂੰ ਲੱਗ ਕੇ ਇਧਰ ਮੁਗਲਾਂ ਦੇ ਵੱਲ ਆਈ। ਸ਼ਤਰਨ ਕੇ ਤਨ ਸੀਤ ਕਰੋ ਦਿਨ। ਐਵੇਂ ਕਹਿੰਦੇ ਜਿਹੜੇ ਸ਼ਤਰੂ ਤੁਰਕ ਆਏ ਸਨ, ਇਹਨਾਂ ਦੇ ਸਰੀਰ ਨੂੰ ਬੜੀ ਹੀ ਠੰਡ ਠੰਡੀ ਹਵਾ ਲੱਗਦੀ। ਐਵੇਂ ਕਹਿੰਦੇ ਠੰਡ ਦੇ ਨਾਲ ਜਿਹੜੇ ਮੁਗਲ ਸਨ ਬੜੇ ਹੀ ਠਰ ਰਹੇ ਨੇ। ਸਾਰਿਆਂ ਦੇ ਸਰੀਰ ਕਹਿੰਦੇ ਠੰਡ ਦੇ ਨਾਲ ਕੰਬ ਉੱਠੇ, ਪਰ ਜਿਹੜੇ ਸਿੱਖ ਸਨ ਕਹਿੰਦੇ ਮੁਖ ਦੇ ਵਿੱਚੋਂ ਗੁਰੂ ਦੀ ਬਾਣੀ ਪੜ੍ਹ ਕੇ ਵੀਰ ਰਸ ਦੇ ਵਿੱਚ ਗਰਮ ਹੋਏ ਪਏ ਨੇ, ਠੰਡ ਨਹੀਂ ਨੇੜੇ ਆਈ। ਜਿਹੜੇ ਵੱਡੇ ਵੱਡੇ ਧੀਰਜਵਾਨ ਮੁਗਲ ਸਨ ਕਹਿੰਦੇ ਇਹਨਾਂ ਨੂੰ ਧੀਰਜ ਤੋਂ ਰਹਿਤ ਕਰ ਦਿੱਤਾ। ਐਵੇਂ ਆਗਿਆ ਪਾ ਕੇ ਕਹਿੰਦੇ ਸਾਰੇ ਜਰਨੈਲ ਤੁਰ ਪਏ। ਐਵੇਂ ਕਹਿੰਦੇ ਠੰਡੀ ਹਵਾ ਵੀ ਵਗਦੀ, ਹਿਮਾਲਿਆ ਪਰਬਤ ਦੇ ਨਾਲ ਲੱਗ ਕੇ ਬੜੀ ਤੇਜ਼ੀ ਨਾਲ ਆਈ ਹਵਾ। ਜਿਹੜੀ ਠੰਡੀ ਹਵਾ ਕਹਿੰਦੀ ਜਿਹੜੀ ਸੀਤ ਹੈ ਇਧਰਲੇ ਪਾਸੇ ਆ ਕੇ ਬੜੀ ਵਗੀ ਉਸ ਵੇਲੇ। ਜਿਹੜੇ ਰਣ ਭੂਮੀ ਦੇ ਅੰਦਰ ਕਹਿੰਦੇ ਤੁਰਕ ਬੜੇ ਹੀ ਬਲ ਦੇ ਨਾਲ ਲੜ ਰਹੇ ਨੇ। ਐਵੇਂ ਸਾਰਿਆਂ ਦੇ ਸਰੀਰਾਂ ਨੂੰ ਲੱਗੀ। ਕਹਿੰਦੇ ਸਿੱਖ ਤੇ ਬੜੇ ਬਲ ਵਿੱਚ ਸਨ, ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ, ਇਹ ਤਾਂ ਕੋਈ ਠਰਿਆ ਨਹੀਂ। ਪਰ ਜਿਹੜੇ ਮੁਗਲ ਸਨ ਐ ਠੰਡ ਦੇ ਨਾਲ ਠਰ ਪਏ, ਆਪਣੇ ਸਰੀਰ ਤੇ ਬੜੇ ਬਸਤਰ ਧਾਰਨ ਕਰਦੇ। ਬੜੀ ਇਹਨਾਂ ਨੇ ਆਪਣੇ ਸਰੀਰ ਤੇ ਠੰਡ ਨੂੰ ਮਾਣਿਆ। ਜਿਹੜੀਆਂ ਹੱਥ ਦੀਆਂ ਉਂਗਲੀਆਂ ਕਹਿੰਦੇ ਇਹਨਾਂ ਦੀਆਂ ਖੁੱਲੀਆਂ ਹੀ ਨਹੀਂ। ਠੰਡ ਦੇ ਨਾਲ ਇਹਨਾਂ ਦੇ ਦੰਦ ਆਪਸ ਦੇ ਵਿੱਚ ਵੱਜਦੇ। ਐਵੇਂ ਆਪਣੇ ਸਰੀਰ ਦੇ ਉੱਪਰ ਬੜੇ ਹੀ ਬਸਤਰ ਧਾਰਨ ਕਰਦੇ। ਫਿਰ ਦੇ ਜਿਹੜੇ ਹੱਥ ਸਨ ਕਹਿੰਦੇ ਇਹਨਾਂ ਬਾਹਾਂ ਦੇ ਵਿੱਚ ਲੈ ਲਏ। ਐਵੇਂ ਕਵੀ ਜੀ ਕਹਿੰਦੇ ਇਹਨਾਂ ਮੁਗਲਾਂ ਨੇ ਕਿੱਥੋਂ ਗੋਲੀਆਂ ਚਲਾ ਲੈਣੀਆਂ ਸੀ। ਇਹਨਾਂ ਦੇ ਹੱਥੋਂ ਤਾਂ ਘੋੜਿਆਂ ਦੀਆਂ ਵਾਂਗਾਂ ਵੀ ਖੋਈਆਂ ਗਈਆਂ। ਐਵੇਂ ਸਰੀਰ ਕੰਬਦੇ ਤੁਰਕਾਂ ਦੇ, ਕਹਿੰਦੇ ਕੋਈ ਚਾਰਾ ਹੀ ਨਹੀਂ ਚੱਲਿਆ। ਐਵੇਂ ਕੰਬਦੇ ਹੋਏ ਮੁਖ ਦੇ ਨਾਲ ਬੋਲਦੇ। ਐਵੇਂ ਕਹਿੰਦੇ ਜਿਹੜਾ ਕਮਰ ਬੇਗ ਸੀ ਆਪਣੇ ਜਵਾਨਾਂ ਦੇ ਨਾਲ ਰਣ ਭੂਮੀ ਦੇ ਅੱਗੇ ਆਇਆ। ਐਵੇਂ ਕਮਰ ਬੇਗ ਨੇ ਕਹਿੰਦੇ ਬੰਦੂਕ ਕੱਢੀ ਤੇ ਬੰਦੂਕ ਦੇ ਵਿੱਚੋਂ ਤਾੜ ਤਾੜ ਕਰਦੀ ਆਵਾਜ਼ ਆਈ। 7000 ਕੀ ਭੀੜ ਆਈ ਜਬ। ਇਹਦੇ ਨਾਲ ਕਹਿੰਦੇ 7000 ਦੀ ਫੌਜਾਂ ਦਾ ਦਲ ਆਇਆ ਸੀ। ਉਸ ਵੇਲੇ ਰਾਏ ਜੋਧ ਨੇ ਵੀ ਕਹਿੰਦੇ ਜਦੋਂ ਜ਼ੋਰ ਪਿਆ ਜਾਣਿਆ। ਜਿਹੜਾ ਇਹਦਾ ਵੱਡਾ ਬਲੀ ਭਰਾ ਸੀ ਕਹਿੰਦੇ ਸਲੇਮ ਖਾਂ, ਇਹਨੇ ਰਾਏ ਜੋਧ ਨੇ ਬੁਲਾ ਲਿਆ। ਫਿਰ ਫਿਰ ਆਪਣੇ ਭਰਾ ਸਲੇਮ ਖਾਨ ਦੇ ਨਾਂ ਰਾਏ ਜੋਧ ਨੇ ਬਚਨ ਬਿਲਾਸ ਕੀਤੇ। ਕਹਿਣ ਲੱਗੇ ਭਰਾ ਜੀ ਹੁਣ ਹੱਥ 'ਚ ਬੰਦੂਕ ਫੜ ਕੇ ਇਹਨਾਂ ਮੁਗਲਾਂ ਨੂੰ ਨਾਸ਼ ਕਰ ਦਿਓ, ਅੰਗ ਵੱਢ ਦਿਓ। ਜਿਹੜੇ ਮੁਗਲ ਅੱਗੋਂ ਵਧੀ ਤੁਰੇ ਆਉਂਦੇ ਨੇ, ਆਪਣੇ ਨਾਲ 500 ਜਵਾਨ ਦਾ ਜਿਹੜਾ ਦਲ ਹੈ ਲੈ ਕੇ ਜਾਓ। ਛੇਤੀ ਨਾਲ ਹੱਥ 'ਚ ਘੋੜਿਆਂ ਦੀਆਂ ਵਾਂਗਾਂ ਫੜ ਕੇ
ਬੜਾ ਭਾਰੀ ਘਮਸਾਨ ਦਾ ਯੁੱਧ ਮਚਾ ਦਿਓ। ਜੋਤ ਸੋ ਪ੍ਰਾਤ ਕੀਆ ਇਸ ਕੋ ਸੁਨ। ਹਾਂ, ਜਦੋਂ ਰਾਏ ਜੋਧ ਦੀ ਆਪਣੇ ਭਰਾ ਦੀ ਆਗਿਆ ਨੂੰ ਸੁਣਿਆ, ਸਾਹੁ ਸਲੇਮ ਚਲਿਓ ਉਤਸਾਹੂ। ਸਲੇਮ ਸ਼ਾਹ ਕਹਿੰਦੇ ਬੜੀ ਕਾਹਲੀ ਦੇ ਨਾਲ ਚੱਲਿਆ ਫਿਰ। ਤੀਰਥ ਫੰਗਨ ਤੋ ਮਰਤੇ। ਆ ਐਵੇਂ ਕਹਿੰਦੇ ਤੀਰਾਂ ਨੂੰ ਤਫੰਗ ਬੰਦੂਕਾਂ ਨੂੰ ਲੈ ਕੇ, ਦਰਬਾਰ ਕੋ ਕਹਿ ਕੇ ਕਰ ਮਾਹੂ। ਆ ਐਵੇਂ ਕਹਿੰਦੇ ਹੱਥ ਦੇ ਵਿੱਚ ਤਿੱਖੀ ਤਲਵਾਰ ਫੜ ਲਈ ਇਹਨੇ। ਜਾਏ ਤਫੰਗਨ ਕੋ ਸ਼ਰਵਾਇਆ। ਜਾਂਦਿਆਂ ਸਾਰੀ ਕਹਿੰਦੇ ਸਲੇਮ ਸ਼ਾਹ ਨੇ ਮੁਗਲਾਂ ਦੇ ਅੱਗੇ ਹੋ ਕੇ ਬੰਦੂਕ ਦੇ ਵਿੱਚੋਂ ਗੋਲੀਆਂ ਚਲਾ ਦਿੱਤੀਆਂ। ਏਕ ਹੀ ਬਾਰ ਪਰੇ ਵਿਦਿਆਹੂ। ਐਵੇਂ ਕਹਿੰਦੇ ਇੱਕੋ ਵਾਰੀ ਗੋਲੀਆਂ ਲੱਗਦਿਆਂ ਮੁਗਲ ਥੱਲੇ ਡਿੱਗ ਪਏ। ਜਿਉਂ ਦਲ ਟੀਂਡਨ ਕੋ ਖਲ ਕੇ। ਹਾਂ, ਜਿਵੇਂ ਕਹਿੰਦੇ ਨੇ ਵੀ ਗਿੱਦੜਾਂ ਦਾ ਦਲ ਅੱਗੋਂ ਆਇਆ ਹੋਵੇ। ਮਾਰ ਕਾਇ ਵਿਹੰਗਮ ਤਾਹੂ। ਹਾਂ, ਤੇ ਟਿੱਡੀ ਦਲ ਨੂੰ ਮਾਰਨ ਦੇ ਲਈ ਕਹਿੰਦੇ ਜਿਵੇਂ ਅਸਮਾਨ ਦੇ ਵਿੱਚ ਪੰਛੀ ਉੱਡ ਕੇ ਆਉਂਦੇ। 7000 ਨ ਉਪਰ 500। ਹਾਂ, ਐਵੇਂ ਕਹਿੰਦੇ 7000 ਮੁਗਲਾਂ ਦੇ ਉੱਪਰ ਆ ਸਿੱਖਾਂ 500 ਸਿੱਖਾਂ ਦਾ ਦਲ ਐਵੇਂ ਪਿਆ। ਦੌੜ ਗਏ ਇਮ ਮਾਰਨ ਕੋ। ਐਵੇਂ ਬੜੀ ਭਾਰੀ ਮਾਰ ਮਚੀ, ਆ ਮੁਗਲ ਭੱਜ ਗਏ। ਹੋਤ ਸ਼ੁਦਾ ਤੁਰ ਕੇ ਹਰ ਜਿਉ। ਐਵੇਂ ਕਹਿੰਦੇ ਬੜੇ ਭੁੱਖੇ ਜਿਹੇ ਹੋਏ ਪਏ ਸਨ। ਮ੍ਰਿਗ ਕੇ ਸੁਨ ਨਾਦ ਨਿਹਾਰਨ ਕੋ। ਆ ਜਿਵੇਂ ਕਹਿੰਦੇ ਸ਼ੇਰ ਭਾਰੀ ਗਰਜ ਮਾਰਦਾ ਜਦੋਂ ਗਿੱਦੜਾਂ ਦੀਆਂ ਡਾਰਾਂ ਅੱਗੇ ਆਉਂਦੀਆਂ। ਹਾਥ ਉਠਾਏ ਨ ਸਕੈ ਰਿਪੂ। ਐਵੇਂ ਮੁਗਲਾਂ ਦੇ ਅੱਗੋਂ ਹਾਥੀ ਨਾ ਉੱਠੇ, ਸਿੰਘਾਂ ਨੇ ਬੜਾ ਭਾਰੀ ਬਲ ਧਾਰਿਆ। ਹਰ ਸੁਨ ਭਏ ਤੇ ਹਾਰਨ ਕੋ। ਆ ਸਾਰੇ ਮੁਗਲ ਕਹਿੰਦੇ ਸਿੱਖਾਂ ਦਾ ਬਲ ਵੇਖ ਕੇ ਐ ਸੁੰਨ ਹੋ ਗਏ। ਵੈਨ ਤਫੰਗ ਸੰਭਾਰਨ ਕੋ ਤਬ। ਹਾਂ, ਫਿਰ ਉਸ ਵੇਲੇ ਕਈਆਂ ਨੇ ਹੱਥਾਂ ਦੇ ਵਿੱਚ ਬੰਦੂਕਾਂ ਫੜ ਲਈਆਂ। ਤਬ ਕੌਣ ਗਹਿ ਦਰਬਾਰਨ ਕੋ। ਹਾਂ, ਕਹਿੰਦੇ ਉੱਥੇ ਫਿਰ ਤਲਵਾਰਾਂ ਦਾ ਜ਼ੋਰ ਕਿੱਥੇ ਚੱਲਦਾ ਜਿਨ੍ਹਾਂ ਹੱਥਾਂ 'ਚ ਬੰਦੂਕਾਂ ਨੇ। 8000 ਤਫੰਗ ਛੁੱਟੀ। ਹਾਂ, ਐਵੇਂ ਕਹਿੰਦੇ 8000 ਤਫੰਗ ਗੋਲੀਆਂ ਚਲੀਆਂ। ਇੱਕ ਚਾਰ ਸੈ ਮਾਰ ਕੇ ਭੂਮ ਗਿਰਾਏ। ਐਵੇਂ 400 ਜਵਾਨਾਂ ਨੇ ਕਹਿੰਦੇ ਆ ਜਿਹੜੇ ਮੁਗਲ ਸਨ ਮਾਰ ਕੇ ਧਰਤੀ ਤੇ ਸੁੱਟ ਦਿੱਤੇ। ਟੁੱਟ ਗਏ ਰਾਨ ਤੁੰਡਲੋ ਮੁੰਡ। ਹਾਂ, ਐਵੇਂ ਕਹਿੰਦੇ ਮੁਗਲਾਂ ਦੇ ਕਿਸੇ ਦਾ ਸਿਰ ਵੱਢਿਆ ਗਿਆ, ਕਿਸੇ ਦੀਆਂ ਬਾਹਾਂ ਵੱਢੀਆਂ ਗਈਆਂ, ਕਿਸੇ ਦੀ ਧੌਣ ਵੱਢੀ ਗਈ ਤੇ ਕਿਸੇ ਦੀਆਂ ਜੰਘਾਂ ਭਾਵ ਲੱਤਾਂ ਹੀ ਵੱਢੀਆਂ ਗਈਆਂ। ਚੰਡ ਹੀ ਘਾਉ ਲਏ ਸਮੁਦਾਏ। ਬੜੇ ਭਾਰੀ ਕਹਿੰਦੇ ਜ਼ਖਮ ਸਰੀਰ ਤੇ ਲੱਗੇ। ਰਿੰਦ ਪਠਾਨ ਗਿਰੇ ਮੁਗਲੇ। ਆ ਪਠਾਨਾਂ ਦੇ ਨਾਲ ਆ ਜਿਹੜੇ ਮੁਗਲ ਸਨ ਸਾਰੇ ਡਿੱਗ ਪਏ। ਹਥਿਆਰ ਨ ਹੋਏ ਸਕੈ ਪਛਤਾਏ। ਆ ਕਿਸੇ ਦੇ ਕੋਲੋਂ ਵੀ ਕਹਿੰਦੇ ਹਥਿਆਰਾਂ ਦਾ ਜ਼ੋਰ ਹੀ ਨਾ ਚੱਲਿਆ, ਬੜੇ ਪਛਤਾਉਂਦੇ ਨੇ। ਆਏ ਕਰਾਹਤ ਕੋ ਹੱਥ ਪਏ। ਐਵੇਂ ਕਹਿੰਦੇ ਬੜੀ ਭਾਰੀ ਮਾਰ ਖਾ ਕੇ ਬੜੇ ਕਰਲਾ ਰਹੇ ਨੇ। ਕੁਛ ਜੀਵਤ ਪਾਏ ਦੁਰੇ ਹੈ ਧਿਆਏ। ਆ ਕੁਝ ਕੁ ਜਿਹੜੇ ਜੀਂਦੇ ਨੇ ਕਹਿੰਦੇ ਡਰਦੇ ਮਾਰੇ ਮੁਗਲ ਭੱਜ ਪਏ। ਅੰਗਨ ਭੰਗ ਤੁਰੰਗ ਭਏ ਵਿੱਚ। ਐਵੇਂ ਜਿਹੜੇ ਕੁਝ ਕੁ ਘੋੜੇ ਸਨ ਸਿੱਖਾਂ ਦੀਆਂ ਗੋਲੀਆਂ ਨਾਲ ਕਹਿੰਦੇ ਘੋੜਿਆਂ ਦੀਆਂ ਲੱਤਾਂ ਤੇ ਸੱਟਾਂ ਲੱਗੀਆਂ, ਵੱਢੇ ਗਏ ਅੰਗ। ਜੰਗ ਗਿਰੇ ਭਟ ਸੰਗ ਗਿਰਾਏ। ਆ ਐਵੇਂ ਕਹਿੰਦੇ ਜਿਹੜੇ ਮੁਗਲ ਪਿੱਛੇ ਨੂੰ ਭੱਜਦੇ ਘੋੜਿਆਂ ਦੇ ਨਾਲ ਅੜ ਕੇ ਥੱਲੇ ਹੀ ਡਿੱਗ ਜਾਂਦੇ। ਬੀਜ ਮਸਾਲ ਚੀ ਨਾਸ ਕਰੇ। ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮਸ਼ਾਲਾਂ ਜਗਦੀਆਂ ਸਨ, ਇਹ ਮਸ਼ਾਲ ਸੀ ਵੀ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਮਸਾਲਾਂ ਫੜੀਆਂ ਸੀ, ਇਹ ਵੀ ਕਹਿੰਦੇ ਮਾਰ ਦਿੱਤੇ ਸਿੱਖਾਂ ਨੇ। ਅੰਧਕਾਰ ਮਹਾ ਅਰ ਧੂਲ ਉਡਾਏ। ਆ ਬੜਾ ਹੀ ਹਨੇਰਾ ਛਾ ਗਿਆ, ਬੜੀ ਧੂੜ ਛਾਈ ਏ। ਪੂਰਨ ਸੋਣ ਵਿਲੋਚਨ ਪੇ। ਆ ਐਵੇਂ ਕਹਿੰਦੇ ਜਿਹੜੇ ਧਰਤੀ ਦੇ ਉੱਪਰ ਬੜਾ ਹੀ ਖੂਨ ਡੁੱਲਾ ਹੋਇਆ ਏ। ਐਵੇਂ ਜਿਹੜੇ ਮੁਗਲ ਸਨ ਕਿਸੇ ਦੀਆਂ ਅੱਖਾਂ ਦੇ ਵਿੱਚ, ਕਿਸੇ ਦੇ ਕੰਨਾਂ ਵਿੱਚ ਤਨ ਖੇਹ ਜਮੀ ਅਤਸ਼ੈ ਅਕੁਲਾਏ। ਤੇ ਕਿਸੇ ਦੇ ਸਰੀਰ ਤੇ ਕਹਿੰਦੇ ਬੜੀ ਖੇਹ ਘਟਾ ਜੰਮਿਆ, ਬੜੇ ਤੜਫਦੇ। ਹੋਏ ਮਰੇ ਅਟਕੈ ਚਲਤੇ ਤਿਨ। ਆ ਕਈ ਜਗ੍ਹਾ ਤੇ ਕਹਿੰਦੇ ਘੋੜੇ ਮਰੇ ਪਏ ਤੁਰਕਾਂ ਦੇ, ਉਹਨਾਂ ਦੇ ਨਾਲ ਅੜ ਕੇ ਡਿੱਗ ਜਾਂਦੇ। ਉੱਪਰ ਔਰ ਗਿਰੈ ਜੁਟਵਾਏ। ਤੇ ਜਦੋਂ ਪਿੱਛੇ ਨੂੰ ਕਹਿੰਦੇ ਡਰ ਕੇ ਭੱਜਦੇ, ਇੱਕ ਦੂਜੇ ਦੇ ਉੱਪਰ ਹੀ ਡਿੱਗੀ ਜਾਂਦੇ। ਜੋ ਹੋਰਾ ਸ਼ਸਤਰ ਭਏ ਨਹਿ ਸਤਰ ਤੇ। ਆ ਇਸ ਤਰੀਕੇ ਨਾਲ ਕਹਿੰਦੇ ਸਿੱਖਾਂ ਦਾ ਬਲ ਵੇਖ ਕੇ ਆ ਮੁਗਲਾਂ ਦੇ ਕੋਲੋਂ ਹਥਿਆਰ ਹੀ ਨਾ ਚੱਲੇ। ਸਾਹ ਸਲੇਮ ਸੁਜਾਨ। ਉਸ ਵੇਲੇ ਸਲੇਮ ਸ਼ਾਹ ਨੇ ਜਾਣ ਲਿਆ। ਖੈਂਚ ਕਿਰਪਾਨੈ ਮਿਲ ਗਏ। ਆ ਕਹਿੰਦੇ ਸਲੇਮ ਸ਼ਾਹ ਨੇ ਫਿਰ ਮਿਆਨ ਦੇ ਵਿੱਚੋਂ ਤਿੱਖੀ ਤਲਵਾਰ ਕੱਢ ਕੇ ਜਾ ਕੇ ਮਿਲਿਆ ਅੱਗੋਂ। ਮਾਰ ਨਾਰ ਕਰ ਜਵਾਨ। ਆ ਤਲਵਾਰ ਦੇ ਮਾਰਨਾ ਕਹਿੰਦੇ ਮੁਗਲਾਂ ਨੂੰ ਮਾਰ ਸੁੱਟਿਆ। ਤੁਰਤ ਆਪ ਹੀ ਮੁਰ ਪਰੇ।
ਹਾਂ ਫਿਰ ਐਵੇਂ ਮਾਰ ਕੇ ਕਹਿੰਦੇ ਮੁਗਲਾਂ ਨੂੰ ਪਿੱਛੇ ਪਰਤਿਆ ਰੌਲਾ ਤੁਰਕਨ ਪਾਏ ਤੇ ਮੁਗਲਾਂ ਦੇ ਵਿੱਚ ਬੜਾ ਭਾਰੀ ਰੌਲਾ ਪਿਆ ਕਟਣ ਲੱਗੇ ਤਬ ਆਪ ਮਹਿ ਹਾਂ ਕਹਿੰਦੇ ਆਪਸ ਦੇ ਵਿੱਚ ਹੀ ਮੁਗਲਾਂ ਦੀ ਮੱਤ ਮਾਰੀ ਗਈ ਆਪਸ ਦੇ ਵਿੱਚ ਹੀ ਲੜ ਕੇ ਇੱਕ ਦੂਜੇ ਨੂੰ ਵੱਢੀ ਜਾਂਦੇ ਕਛੂ ਨ ਜਾਣਿਓ ਜਾਏ ਆ ਕੁਝ ਵੀ ਇਹਨਾਂ ਦੇ ਕੋਲੋਂ ਜਾਣਿਆ ਨਹੀਂ ਜਾਂਦਾ ਹੁਣ ਸਵਈਆ ਭੂਤ ਪਿਤਾ ਕੇ ਹਟੈ ਸਿਰ ਐਵੇਂ ਕਹਿੰਦੇ ਇੰਨਾ ਹਨੇਰਾ ਛਾ ਗਿਆ ਮੁਗਲ ਪਾਗਲ ਹੋ ਗਏ ਆਪਣੇ ਪਿਓ ਦਾ ਪੁੱਤਰ ਸਿਰ ਹੀ ਵੱਢੀ ਜਾਂਦਾ ਮੈਂ ਪਿਤ ਮਾਰਦ ਭੂਤ ਕੋ ਨਾਹਿ ਜਾਣੈ ਤੇ ਉਧਰੋਂ ਕਹਿੰਦੇ ਪਿਤਾ ਆਪਣੇ ਪੁੱਤਰ ਦਾ ਸਿਰ ਲਾਈ ਜਾਂਦਾ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਭਰਾਤ ਸੁ ਭਰਾਤ ਗਿਰਿਓ ਕਟ ਕੈ ਤਿਮਾ ਐਵੇਂ ਭਰਾ ਦਾ ਅੰਗ ਕੱਟ ਕੇ ਡਿੱਗ ਪਿਆ ਨਾਹਿ ਚਚਾ ਕੋ ਭਤੀਜ ਪਛਾਨੈ ਹਾਂ ਤੇ ਚਾਚਾ ਭਤੀਜਾ ਵੀ ਕਹਿੰਦੇ ਇੱਕ ਦੂਜੇ ਨੂੰ ਪਛਾਣਦੇ ਨਹੀਂ ਨੀਤ ਸੁਨੀਤ ਕਿਰਪਾਨ ਬਹੀ ਐਵੇਂ ਕਹਿੰਦੇ 11 ਬੇਲੀਆਂ ਦੀ 11 ਬੇਲੀਆਂ ਨਾਲ ਕਿਰਪਾਨ ਖੜਕ ਪਈ ਮਤ ਹੋਤ ਭਈ ਹੱਥ ਆਪ ਹੀ ਹਾਂ ਇਹਨਾਂ ਦੀ ਮੱਤ ਮਾਰੀ ਗਈ ਕਹਿੰਦੇ ਇੱਕ ਦੂਜੇ ਨੂੰ ਆਪ ਹੀ ਮਾਰੀ ਜਾਂਦੇ ਮੁਗਲ ਮਾਰ ਮਰੇ ਸੋ ਹਜ਼ਾਰ ਹੀ ਸਤਰਨ ਐਵੇਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆ ਵੈਰੀ ਮਰ ਗਏ ਤੋਰ ਹੀ ਕਾਲ ਵਿਖੈ ਤੁਰਕਾਨੈ ਆ ਕੁਝ ਕੁ ਸਮੇਂ ਦੇ ਵਿੱਚ ਆ ਜਿਹੜੇ ਤੁਰਕ ਮੁਗਲ ਸਨ ਦੋਹਰਾ ਸਹਿ ਸਬਤ ਸਹੰਸਰਨ ਕੇ ਵਿਖੈ ਹਾਂ ਐਵੇਂ ਕਹਿੰਦੇ 7000 ਫੌਜਾਂ ਦੇ ਦਲ ਵਿੱਚੋਂ ਬੜੀ ਰੌਲ ਇਸ ਭਾਰ ਬੜਾ ਭਾਰੀ ਰੌਲਾ ਪੈ ਗਿਆ ਇਸ ਤਰੀਕੇ ਨਾਲ ਹਮਰੋ ਤਨ ਕਿਤ ਗੁਰੂ ਆ ਸਾਰੇ ਵਿਚਾਰ ਦੇ ਕੇ ਸਾਡਾ ਦਲ ਕਿੱਥੇ ਆ ਤੇ ਗੁਰੂ ਦਾ ਕਿੱਧਰ ਮੈਂ ਕਿਛ ਜਾਣਿਓ ਜਾ ਆ ਕੁਝ ਵੀ ਇਹਨਾਂ ਦੇ ਕੋਲੋਂ ਜਾਣਿਆ ਨਹੀਂ ਜਾਂਦਾ ਇਹਨਾਂ ਦੀ ਮੱਤ ਮਾਰੀ ਗਈ ਮੁਗਲਾਂ ਦੀ ਗਮਨੇ ਕਿਤ ਤੇ ਹਟੇ ਆ ਹੁਣ ਵਿਚਾਰਦੇ ਨੇ ਕਿੱਧਰ ਨੂੰ ਜਾਈਏ ਕਿੱਥੋਂ ਹਟ ਜਾਈਏ ਰਹਿਓ ਨ ਕੁਛ ਮਨ ਗਿਆਨ ਕੁਝ ਵੀ ਇਹਨਾਂ ਤੁਰਕਾਂ ਦੇ ਮਨ 'ਚ ਕਹਿੰਦੇ ਗਿਆਨ ਅਕਲ ਹੀ ਨਾ ਰਹੀ ਇਕ ਤਾਂ ਬੋਨ ਹਿਮ ਰਾਜ ਅਧਿਕ ਹਾਂ ਇੱਕ ਤਾਂ ਕਵੀ ਜੀ ਕਹਿੰਦੇ ਹਨੇਰਾ ਸੀ ਉੱਪਰੋਂ ਠੰਡ ਪੈ ਰਹੀ ਪਰੇ ਪ੍ਰਾਨ ਕਰ ਹਾਨ ਹਾਂ ਇੱਕ ਦੂਜੇ ਨੂੰ ਹੀ ਇੱਕ ਦੂਜੇ ਦੇ ਪ੍ਰਾਣਾਂ ਨੂੰ ਕੱਢੀ ਜਾਂਦੇ ਮਾਰੀ ਜਾਂਦੇ ਉਤ ਕੋ ਕਤ ਕਰ ਗਇਓ ਐਵੇਂ ਕਹਿੰਦੇ ਇੱਧਰ ਉੱਧਰ ਨੂੰ ਜੰਗ ਦੇ ਵਿੱਚੋਂ ਟਾਲੀ ਗਏ ਦੈਵ ਜੋਗ ਤੇ ਕੋਏ ਆ ਜਿਨ੍ਹਾਂ ਨੂੰ ਕਹਿੰਦੇ ਦੈਵ ਜੋਗ ਆਉਂਦਾ ਸੀ ਜਿਹੜੇ ਕੁਝ ਸ਼ਕਤੀਆਂ ਕਰਾਮਾਤਾਂ ਨੂੰ ਜਾਣਦੇ ਬਚਿਓ ਰਹਿਓ ਬਾਕੀ ਸਕਲ ਆ ਬਾਕੀ ਤਾਂ ਕਹਿੰਦੇ ਬਚੇ ਰਹੇ ਪਰੇ ਮ੍ਰਿਤਕ ਰਾਣ ਹੋਏ ਆ ਜਿਹੜੇ ਖੜੇ ਸਨ ਰਣ ਭੂਮੀ ਦੇ ਅੰਦਰ ਉਹ ਤਾਂ ਮਾਰ ਗਏ ਜਿਹੜੇ ਭੱਜ ਗਏ ਉਹ ਬਚ ਗਏ ਸਨ ਪੂਰਨ ਪੁਰਖਨ ਤੇ ਕਹੋ ਐਵੇਂ ਕਵੀ ਜੀ ਹੁਣ ਦੱਸਦੇ ਕਿ ਜਿਹੜੇ ਪੂਰੇ ਪੁਰਖ ਹੁੰਦੇ ਹਨ ਪੂਰਾ ਉਤਰੈ ਕੌਣ ਆ ਪੂਰੇ ਅੱਗੇ ਪੂਰਾ ਕੌਣ ਉਤਰ ਸਕਦਾ ਗੁਰ ਸੰਤਨ ਸੋ ਅਰਹਿ ਸੋ ਹਾਂ ਜਿਹੜਾ ਗੁਰੂ ਤੇ ਗੁਰੂ ਦੇ ਸੰਤਾਂ ਦੇ ਅੱਗੇ ਅੜ ਜਾਵੇ ਮੰਦ ਭਾਗ ਹੋਇ ਜੋਨ ਆ ਕਵੀ ਜੀ ਕਹਿੰਦੇ ਇਹਨਾਂ ਦੇ ਫਿਰ ਮਾੜੇ ਭਾਗ ਨੇ ਜਿਹੜਾ ਸੰਤਾਂ ਅੱਗੇ ਜਾਂ ਗੁਰੂ ਅੱਗੇ ਅੜਦਾ ਸਵਈ ਦੋਹਰਾ ਆਪਸ ਮੈਂ ਤੇ ਜਾਹੇ ਆ ਫਿਰ ਐਵੇਂ ਆਪਸ ਦੇ ਵਿੱਚ ਬੜੇ ਹੀ ਲੜ ਪਏ ਮੁਗਲ ਆਪਸ ਮੈਂ ਫਿਰ ਜਾਹੇ ਜੇ ਹਾਂ ਜੀ ਕਹਿੰਦੇ ਆਪਸ ਦੇ ਵਿੱਚ ਹੀ ਭਿੜ ਕੇ ਮਰ ਜਾਣ ਕਰਹਿ ਕਰਹਿ ਹਥਿਆਰ ਆ ਫਿਰ ਇਹਨਾਂ ਹਥਿਆਰ ਹੀ ਕੀ ਕਰਨੇ ਤਾਂ ਆਪਸ ਵਿੱਚ ਹੀ ਲੜ ਕੇ ਮਰ ਗਏ ਨਲ ਪਾਰੇ ਮਾਰੇ ਸਰਪ ਪਰੇ ਆ ਐਵੇਂ ਕੁਝ ਕੁ ਤਾਂ ਪਾਲੇ ਦੇ ਨਾਲ ਹੀ ਮਾਰੇ ਗਏ ਸਾਰੇ ਪਰੇ ਹਜ਼ਾਰ ਸੁਮਾਰ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜਾ ਮੁਗਲਾਂ ਦਾ ਝੁੰਡ ਆਇਆ ਮਰ ਗਿਆ ਸਵਈਆ ਹੇਰ ਅਫਾਦ ਪਈ ਕਹੋ ਦੀਰਗ ਹਾਂ ਇਸ ਤਰੀਕੇ ਨਾਲ ਕਹਿੰਦੇ ਵੇਖ ਕਰਕੇ ਵੱਡੀ ਆਫਤ ਜਦੋਂ ਪਈ ਕੰਬਰ ਵੇ ਹਟਿਓ ਪਿਛਵਾਈ ਹਾਂ ਜਿਹੜਾ ਪਹਿਲਾ ਜਰਨੈਲ ਕਹਿੰਦੇ ਮੁਗਲਾਂ ਦਾ ਆਇਆ ਸੀ ਕਮਰ ਬੇਗ ਇਹ ਪਿੱਛੇ ਨੂੰ ਹਟ ਗਿਆ ਫੇਰ ਮਸਾਲ ਵਿਸਾਲ ਜਲਾਏ ਆ ਪਿੱਛੇ ਹਟ ਕੇ ਕਹਿੰਦੇ ਵੱਡੀ ਜੀ ਮਸ਼ਾਲ ਜਗਾ ਲਈ ਲਾਲ ਪਖਿਓ ਦਲ ਕੋ ਸਮੁਦਾਈ ਆ ਫਿਰ ਕੀ ਵੇਖਿਆ ਕਿ ਸਾਰਾ ਦਲ ਐ ਲਹੂ ਲਹਾਨ ਹੋ ਕੇ ਵੱਢਿਆ ਗਿਆ ਵੀਰਨ ਪੈ ਬਹੁ ਵੀਰ ਪਰੇ ਆ ਵੱਡੇ ਵੱਡੇ ਸੂਰਮਿਆਂ ਦੇ ਉੱਪਰ ਸੂਰਮੇ ਕੱਟ ਕੇ ਪਏ ਨੇ ਘੋਰਨ ਪੈ ਮਰ ਘੋਰੇ ਥਾਈ ਆ ਤੇ ਘੋੜਿਆਂ ਦੇ ਉੱਪਰ ਘੋੜੇ ਮਰ ਕੇ ਵੱਢੇ ਪਏ ਕੈਸੇ ਪਏ ਮ੍ਰਿਤਕ ਇਹ ਸਗਰੇ ਐਵੇਂ ਕਹਿੰਦੇ ਕਮਰ ਬੇਗ ਵਿਚਾਰਦਾ ਕਿ ਸਾਰੇ ਕਿਵੇਂ ਮਾਰੇ ਗਏ ਬਹੁ ਸੋਚਤ ਹੈ ਚਿਤ ਮੈਂ ਦੁਖ ਪਾਈ ਐਵੇਂ ਕਹਿੰਦੇ ਸੋਚਦਾ ਆ ਬੜਾ ਹੀ ਦੁੱਖ ਪਾਉਂਦਾ ਆਓ ਪਕਾ ਪਕ ਬੋਲਤ ਹੈ ਐਵੇਂ ਕਹਿੰਦੇ ਬੜਾ ਹੀ ਜਿਹੜਾ ਘਾਹ ਜਿਹੜੀਆਂ ਸੱਟਾਂ ਲੱਗੀਆਂ ਸਨ
ਇਹਨਾਂ ਦੇ ਵਿੱਚੋਂ ਭਗਾ ਪੱਕ ਕਰਕੇ ਖੂਨ ਵਹੀ ਜਾਂਦਾ। ਬਹਸਰੋਣਤ ਭੂਤਲ ਬੀਜ ਬਹਿਓ। ਐਵੇਂ ਕਹਿੰਦੇ ਧਰਤੀ ਦੇ ਉੱਪਰ ਬੜਾ ਹੀ ਲਹੂ ਜਿਹੜਾ ਫੈਲ ਗਿਆ। ਬਾਹ ਕਟੀ ਤਿਨ ਜੰਗ ਕਟੀ। ਕਿਸੇ ਦੀਆਂ ਬਾਹਾਂ ਵੱਢੀਆਂ ਗਈਆਂ, ਕਿਸੇ ਦੀਆਂ ਲੱਤਾਂ ਵੱਢੀਆਂ ਗਈਆਂ। ਇਹ ਗਰੀਬ ਕਟੀ ਧਰ ਹੋਏ ਰਹਿਓ। ਕਿਸੇ ਦੀ ਕਹਿੰਦੇ ਧੌਣੀ ਵੱਢੀ ਗਈ, ਕੱਲਾ ਧਾਰੀ ਰਹਿ ਗਿਆ। ਗੁਲਕਾਂ ਲਗ ਪ੍ਰਾਨ ਦਏ। ਐਵੇਂ ਕਹਿੰਦੇ ਵੱਡੇ ਵੱਡੇ ਜਿਹੜੇ ਮੁਗਲ ਸਨ, ਇਹਨਾਂ ਨੇ ਆਪਣੇ ਪ੍ਰਾਣ ਦੇ ਦਿੱਤੇ, ਠੰਡ ਨਾ ਆਈ। ਤਰਫੰਤ ਕਿਤੇ ਮੁਖ ਹਾਏ ਕਹਿਓ। ਕੁਝ ਕੁ ਤਾਂ ਘੋੜੇ ਕਹਿੰਦੇ ਸੱਟਾਂ ਦੇ ਨਾਲ ਤੜਫਦੇ ਫਿਰਦੇ। ਹੁੰਦੇ ਪਰੇ ਇੱਕ ਸੀਧੇ ਪਰੇ। ਕੁਝ ਕੁ ਮੁਗਲ ਕਹਿੰਦੇ ਪੁੱਠੇ ਪਏ ਨੇ, ਤੇ ਕੁਝ ਕੁ ਇੱਕ ਦੂਜੇ ਉੱਪਰ ਸਿੱਧੇ ਹੋ ਕੇ ਮਰੇ ਪਏ। ਇੱਕ ਡੇਟੇ ਪਰੇ ਬਨ ਘਾਵ ਰਹਿਓ। ਕੁਝ ਕੁ ਮੁਗਲ ਜਿਹੜੇ ਨੇ ਤੁਰਕ ਕਹਿੰਦੇ ਟੇਢੇ ਹੋ ਕੇ ਮਰੇ ਪਏ ਨੇ, ਬੜੀਆਂ ਸੱਟਾਂ ਲੱਗੀਆਂ। ਕੰਬਰ ਵੇਗ ਉਠਿਓ ਨਰਕੋ। ਉਸ ਵੇਲੇ ਕਮਰ ਬੇਗ ਨੇ ਵੇਖ ਕੇ ਸਾਰਿਆਂ ਨੂੰ ਜਹ ਵੇਗ ਲਲਾ ਸੁਧ ਜਾਏ ਸੁਨਾਈ। ਕਹਿੰਦੇ ਕਮਰ ਬੇਗ ਵੇਖ ਕੇ ਨੀ ਕੱਟ ਵੱਢ ਕੰਬ ਉੱਠਿਆ, ਤੇ ਜਿੱਥੇ ਲਲਾ ਬੇਗ ਸੀ ਉਹਦੇ ਕੋ ਖਬਰ ਭੇਜੀ। ਇੱਕ ਤਵਸੀਤ ਸੇ ਅੰਧ ਗਏ। ਜਾ ਕੇ ਦਾਸ ਨੇ ਦੱਸਿਆ ਕਿ ਇੱਕ ਤਾਂ ਠੰਡ ਦੇ ਨਾਲ ਸਾਡੇ ਜਿਹੜੇ ਅੰਗ ਕੰਮ ਨਹੀਂ ਕਰਦੇ। ਦੂਸਰੇ ਹੈ ਕੰਮ ਕੋ ਸਮੁਦਾਈ। ਦੂਸਰਾ ਜਿਹੜਾ ਹੈ ਬੜਾ ਹੀ ਹਨੇਰਾ ਛਾਇਆ। ਆਪਸ ਮੈਂ ਕੱਟ ਸੈਨ ਮਰੀ। ਲਲਾ ਬੇਗ ਸਾਡੀਆਂ ਫੌਜਾਂ ਤਾਂ ਆਪਸ ਦੇ ਵਿੱਚ ਹੀ ਲੜ ਕੇ ਮਰ ਗਈਆਂ। ਨਾ ਸਰਿਓ ਕੁਛ ਸੰਤਰ ਖਰੇ ਸਮਵਾਈ। ਕੁਝ ਵੀ ਸਰਿਆ ਨਹੀਂ, ਸਾਡੇ ਕੋ ਵੱਡਾ ਦਲ ਸੀ। ਸਿੱਖ ਤਾਂ ਥੋੜੀ ਗਿਣਤੀ ਦੇ ਵਿੱਚ, ਸਾਡੇ ਕੋ ਇੱਕ ਵੀ ਨਾ ਮਰਿਆ। ਜੋ ਪਹੁੰਚਿਓ ਦਲ ਅਗਰ ਪਠਾਵੋ। ਹੁਣ ਜਿਹੜਾ ਦਲ ਪਿੱਛੋਂ ਚੜ ਕੇ ਆਇਆ ਉਹਨੂੰ ਅੱਗੇ ਭੇਜ। ਮੁਖ ਹੋਏ ਕਰੇ ਜੋ ਲੜਾਈ। ਸਾਹਮਣੇ ਆ ਕੇ ਹੁਣ ਸਿੱਖਾਂ ਨਾਲ ਜੰਗ ਕਰੇ। ਜੋ ਸੁਣ ਸਰੋਨ ਰਹੇ ਉਸ ਦੇ ਸਮਾਏ। ਕਹਿੰਦੇ ਲਲਾ ਬੇਗ ਨੇ ਜਦੋਂ ਸੁਣਿਆ ਬੜਾ ਹੀ ਹੈਰਾਨ ਹੋਇਆ। ਮਰਿਓ ਦਲ ਬਾਦ ਸਰਿਓ ਨਹਿ ਕਾਜੂ। ਕਹਿਣ ਲੱਗਾ ਏਡਾ ਭਾਰੀ ਦਲ 7000 ਫੌਜਾਂ ਦਾ ਮਰ ਗਿਆ, ਤੇ ਸਾਡੇ ਕੋ ਅਜੇ ਤੱਕ ਕਾਰਜ ਹੀ ਨਹੀਂ ਸਰਿਆ। ਵੇਗ ਲਲਾ ਸੁਨ ਪੁਨ ਆਏ ਸਕੀ। ਫਿਰ ਲਲਾ ਬੇਗ ਨੇ ਸੁਣ ਕੇ ਆਪਣੇ ਸਿਪਾਹੀਆਂ ਨੂੰ ਆਗਿਆ ਕੀਤੀ। ਸੰਵਿਧਾਨ ਕੋ ਹੋਏ ਸਮੂਹ ਸਮਾਜੂ। ਕਹਿਣ ਲੱਗਾ ਸਾਰੇ ਸਿਪਾਹੀ ਸਾਵਧਾਨ ਹੋ ਜਾਓ। ਆਪਸ ਕੀ ਕਰ ਲਹੋ ਪਛਾਨ। ਇੱਕ ਦੂਜੇ ਦੀ ਚੰਗੇ ਤਰੀਕੇ ਨਾਲ ਹੁਣ ਪਹਿਚਾਣ ਕਰ ਲਿਓ। ਮਹਾਨ ਹਨੋ ਗੁਰ ਜਾਏ ਨ ਭਾਜੂ। ਜਿਹੜਾ ਸਿੱਖਾਂ ਦਾ ਵੱਡਾ ਮਹਾਨ ਗੁਰੂ ਹੈ, ਇਹਨੂੰ ਜਾ ਕੇ ਮਾਰ ਦਿਓ, ਕਿਤੇ ਭੱਜ ਕੇ ਨਾ ਜਾਵੇ। ਰਾਤ ਕੀ ਘਾਤ ਪਵੇ ਹਮ ਕੋ। ਫਿਰ ਸੋਚਦਾ ਕਹਿੰਦਾ ਰਾਤ ਦਾ ਸਮਾਂ ਹੈ, ਤੇ ਰਾਤ ਦੇ ਵਿੱਚ ਜੰਗ ਕਰਨੀ ਸਾਨੂੰ ਭਾਰੀ ਪੈ ਗਈ। ਦਿਨ ਮੈਂ ਨਾ ਛਿੜੈ ਗਹਿਲੀ ਜਹ ਆਜੂ। ਦਿਨ ਚੜਿਆ ਤੇ ਸਾਡੇ ਕੋ ਕੁਝ ਮਿਲੇਗਾ ਨਹੀਂ, ਅੱਜ ਹੀ ਗੁਰੂ ਨੂੰ ਫੜ ਲਵਾਂਗੇ ਰਾਤ ਹੀ। ਵੈ ਸਰਦਾਰ ਪਠਾਰਨ ਪਠਾਨਨ ਕੇ। ਐਵੇਂ ਕਹਿੰਦੇ ਦੋ ਸਰਦਾਰ ਜਿਹੜੇ ਪਠਾਣਾ ਦੇ, ਦਲ 8000 ਇਹ ਜਨ ਸੰਗਾ। ਜਿਨ੍ਹਾਂ ਦੇ ਨਾਲ 8000 ਮੁਗਲਾਂ ਦਾ ਦਾਲੇ। ਆਇਸ ਦੀਨ ਸਿੱਖ ਸਿਖਾਏ। ਲਲਾ ਬੇਗ ਨੇ ਇਹਨਾਂ ਦੋਵਾਂ ਸਰਦਾਰਾਂ ਨੂੰ ਆਗਿਆ ਦਿੱਤੀ। ਚੱਲੇ ਰਣ ਕੋ ਚਿਤ ਘਾਵ ਮੰਗਾ। ਬੜੀ ਕਹਿੰਦੇ ਸਿੱਖਿਆ ਦੇ ਕੇ ਇਹ ਦੋਵੇਂ ਜਰਨੈਲ ਰਣ ਭੂਮੀ ਵੱਲ ਤੋਰੇ। ਭੀਖਨ ਖਾਨ ਬੜੋ ਬਲਵਾਨ। ਕਹਿੰਦੇ ਇੱਕ ਦਾ ਨਾਂ ਭੀਖਣ ਖਾਏ, ਜਿਹੜਾ ਬੜਾ ਬਲੀ ਏ। ਜੋਏ ਜੋ ਧਾਰ ਰਹਿਓ ਸਰਬੰਗਾ। ਜਿਹਨੇ ਆਪਣੇ ਸਰੀਰ ਦੇ ਉੱਪਰ ਲੋਹੇ ਦੀਆਂ ਸੰਜੋਆਂ ਧਾਰਨ ਕੀਤੀਆਂ। ਦੂਸਰੇ ਨਾਮ ਕਹੈ ਗੁਲਖਾਨ। ਦੂਸਰਾ ਜਿਹੜਾ ਸਰਦਾਰ ਏ ਉਹਦਾ ਨਾਂ ਏ ਗੁਲਖਾਨ। ਜਿਨ ਆਗੇ ਕਰੇ ਬਹੁ ਬਾਰ ਹੀ ਜੰਗਾ। ਜਿਹਨੇ ਅੱਗੇ ਵੀ ਕਹਿੰਦੇ ਬੜੀ ਵਾਰ ਬੜਾ ਜੰਗ ਯੁੱਧ ਕੀਤਾ ਸੀ। 7000 ਨ ਕੋ ਮਰਵਾਏ ਕੈ। ਐਵੇਂ ਕਵੀ ਜੀ ਕਹਿੰਦੇ ਪਹਿਲਾਂ ਤਾਂ ਮੂਰਖਾਂ ਨੇ 7000 ਆਪਣੀ ਫੌਜ ਮਰਵਾ ਲਈ। 8000 ਕਰੇ ਪੁਨ ਆਗੇ। ਹੁਣ 8000 ਫੌਜ ਨੂੰ ਅੱਗੇ ਕੀਤਾ। ਜੋ ਬਦਮਾਮਨ ਬਿੰਦ ਪਰੈ। ਐਵੇਂ ਕਹਿੰਦੇ ਦਮਾਮਿਆਂ ਦੇ ਉੱਪਰ ਧੌਂਸਿਆਂ ਦੇ ਚੋਟਾਂ ਵੱਜ ਪਈਆਂ। ਬੜ ਰੌਲ ਕਰੈ ਰਸ ਵੀਰ ਨ ਪਾਗੇ। ਬੜਾ ਰੌਲਾ ਪਿਆ, ਕਹਿੰਦੇ ਧੌਂਸਿਆਂ ਦਾ ਸੂਰਮਿਆਂ ਅੰਦਰ ਵੀਰ ਰਸ ਜਾਗ ਗਿਆ। ਵੀਰ ਕਹਾ ਬਲਠਾਨ ਫਿਰੈ। ਐਵੇਂ ਕਹਿਣ ਲੱਗੇ ਅਸੀਂ ਜਾ ਕੇ ਰਣ ਭੂਮੀ ਅੰਦਰ ਬੜਾ ਭਾਰੀ ਘਮਸਾਨ ਦਾ ਯੁੱਧ ਮਚਾ ਦਿਆਂਗੇ। ਤੀਨ ਹੂੰ ਕਾਨ ਜੇ ਤਨ ਲਾਗੇ। ਪਰ ਫਿਰ ਵੀ ਕਵੀ ਜੀ ਕਹਿੰਦੇ ਇਹਨਾਂ ਉੱਪਰ ਤਿੰਨੇ ਕਾਰਨ ਲੱਗਦੇ ਨੇ। ਇੱਕ ਤਾਂ ਰਾਤ ਦਾ ਸਮਾਂ ਹਨੇਰਾ ਛਾਇਆ, ਦੂਜੇ ਭੁੱਖੇ ਵੀ ਨੇ ਕੁਝ ਕੁ,
ਤੇ ਤੀਸਰੀ ਠੰਡ ਪੈ ਰਹੀ। काल के प्रेरे कहाँ बस जाता है। ਆ ਪਰ ਫਿਰ ਵੀ ਕਹਿੰਦੇ ਤਾਂ ਕਾਲ ਦੇ ਵਸ ਪਏ ਨੇ, ਹੁਣ ਇਹਨਾਂ ਦਾ ਕੋਈ ਜ਼ੋਰ ਹੀ ਨਹੀਂ ਚੱਲਦਾ। भैन संभालन जात है भागे। ਆਪਣੇ ਆਪ ਨੂੰ ਸੰਭਾਲਦੇ ਨਹੀਂ, ਭੱਜੇ ਹੀ ਜਾਂਦੇ ਨੇ। जान बड़ो दल आए गयो। ਐਵੇਂ ਜਦੋਂ ਮੁਗਲਾਂ ਨੇ ਜਾਣਿਆ ਕਿ ਵੱਡਾ ਦਲ ਆ ਗਿਆ, तब जोध परेर तुरंग अगारी। ਐਵੇਂ ਰਾਏ ਜੋਧ ਨੇ ਵੀ ਜਦੋਂ ਸੋਝੀ ਪਾਈ ਕਿ ਮੁਗਲਾਂ ਦਾ ਹੁਣ ਵੱਡਾ ਦਲ ਆਇਆ, ਐਵੇਂ ਰਾਏ ਜੋਧ ਨੇ ਆਪਣੇ ਘੋੜੇ ਨੂੰ ਅੱਗੇ ਪ੍ਰੇਰਿਆ। साहु सलेम सो आन मिलियो। ਐਵੇਂ ਰਾਏ ਜੋਧ ਵੀ ਆਪਣੇ ਭਰਾ ਸਲੇਮ ਸ਼ਾਹ ਦੇ ਨਾਲ ਮਿਲਿਆ। सब पूज तिनै सुख सार उचारी। ਹਾਂ, ਸਾਰੀ ਸੁਖ ਸ਼ਾਂਤੀ ਪੁੱਛ ਕਰਕੇ ਉਹਦੇ ਨਾਲ ਗੱਲ ਕੀਤੀ। क्यों कट आप समय मर गए। ਹਾਂ, ਫਿਰ ਭਰਾ ਨੇ ਦੱਸਿਆ ਰਾਏ ਜੋਧ ਨੂੰ ਕਿ ਜਿਵੇਂ ਆਪਸ ਦੇ ਵਿੱਚ ਲੜ ਕੇ ਕੱਟੇ ਗਏ। हम दूर खड़े सब रीत निहारी। ਆ ਰਾਏ ਜੋਧ ਕਹਿੰਦਾ ਮੈਂ ਦੂਰੋਂ ਖੜ ਕੇ ਆ ਸਾਰਾ ਜਿਹੜਾ ਜੰਗ ਦਾ ਦ੍ਰਿਸ਼ ਸੀ ਉਹ ਵੇਖ ਲਿਆ। आप ही ते बिन मारे मरे। ਹਾਂ, ਆਪ ਵੀ ਬਿਨਾਂ ਕਿਸੇ ਆਸਰੇ ਤੋਂ ਇੱਕ ਦੂਜੇ ਨੂੰ ਵੱਢੀ ਗਏ ਮੁਗਲ। पूर्ण को सो प्रताप है भारी। ਐਵੇਂ ਰਾਏ ਜੋਧ ਕਹਿਣ ਲੱਗਾ ਇਹ ਪੂਰੇ ਗੁਰੂ ਦਾ ਤੇਜ ਪ੍ਰਤਾਪ ਹੀ ਹੈ। जंबुक आमिक खाहे घने। ਐਵੇਂ ਕਹਿੰਦੇ ਆ ਜਿਹੜੇ ਤੁਰਕ ਸਨ ਇਹ ਬੜਾ ਹੀ ਮੀਟ ਚੰਮ ਖਾਂਦੇ। बहु घाव सने जग भंड भट जंग गिरे। ਐਵੇਂ ਕਹਿੰਦੇ ਬੜੇ ਹੀ ਘਾਵ ਮਾਰਾਂ ਖਾ ਕੇ ਥੱਲੇ ਡਿੱਗੇ ਨੇ। जोगन श्रवणत पीवत है। ਉਸ ਵੇਲੇ ਕਹਿੰਦੇ ਜੰਗ ਦੇ ਵਿੱਚ ਆ ਜੋਗਣੀਆਂ ਆਈਆਂ, ਆ ਕੇ ਸੂਰਮਿਆਂ ਦਾ ਬੜਾ ਲਹੂ ਪੀਂਦੀਆਂ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਸਮਾਂ ਸੀ ਜੋਗਣੀਆਂ ਆਈਆਂ ਪਾਤਸ਼ਾਹ ਕੋਲ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਸੀਂ ਕਲਯੁਗ ਦੇ ਵਿੱਚ ਆ ਕੇ ਬੜਾ ਹੀ ਤਰਸ ਕੀਤਾ ਲੋਕਾਂ ਤੇ, ਇਹ ਜੰਗ ਯੁੱਧ ਕਰਨੋਂ ਹਟ ਗਏ ਨੇ, ਆਪਸ ਵਿੱਚ ਜੰਗ ਯੁੱਧ ਨਹੀਂ ਕਰਦੇ ਤੇ ਸਾਡਾ ਕਿਵੇਂ ਸਰੇਗਾ ਹੁਣ ਪਾਤਸ਼ਾਹ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਸਾਰਿਆਂ ਨੂੰ ਰਿਜ਼ਕ ਤਾਂ ਮਿਲਣਾ ਹੀ ਹੈ, ਜਿਹੜਾ ਵੀ ਜੀਵ ਪੈਦਾ ਹੋਇਆ ਉਹਦਾ ਰਿਜ਼ਕ ਨਾਲ ਹੀ ਲਿਖਿਆ ਹੋਇਆ ਹੈ। ਐਵੇਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਦੋਂ ਅਸੀਂ ਛੇਵਾਂ ਜਾਮਾ ਧਾਰਨ ਕਰਾਂਗੇ, ਹੱਥ 'ਚ ਹਥਿਆਰ ਫੜਨੇ ਨੇ, ਬੜੇ ਜੰਗ ਯੁੱਧ ਹੋਣੇ ਬਾਅਦ ਵਿੱਚ, ਉਦੋਂ ਤੁਸੀਂ ਆ ਕੇ ਆਪਣੇ ਖੂਨ ਦੀ ਪਿਆਸ ਪੂਰੀ ਕਰ ਲਿਓ। ਤੇ ਇਹ ਜੋਗਣੀਆਂ ਕਹਿੰਦੇ ਸੂਰਮਿਆਂ ਦਾ ਹੀ ਲਹੂ ਪੀਂਦੀਆਂ ਨੇ, ਹੋਰ ਕਿਸੇ ਦੇ ਨੇੜੇ ਨਹੀਂ ਜਾਂਦੀਆਂ। कोन लेत डकार आनंद भरे। ਐਵੇਂ ਕਹਿੰਦੇ ਜੋਗਣੀਆਂ ਨੇ ਸੂਰਮੇ ਜਿਹੜੇ ਮਰੇ ਸਨ ਉਹਨਾਂ ਦਾ ਲਹੂ ਪੀਤਾ ਤੇ ਪੀ ਕੇ ਮੂੰਹ ਦੇ ਵਿੱਚੋਂ ਡਕਾਰ ਮਾਰੇ। भूत महागण प्रेत पुकारत। ਐਵੇਂ ਕਹਿੰਦੇ ਭਾਰੀ ਘਮਸਾਨ ਦਾ ਯੁੱਧ ਮਚਿਆ, ਸਾਰੀ ਜਗ੍ਹਾ ਤੇ ਐ ਸੂਰਮਿਆਂ ਦੀਆਂ ਲੋਥਾਂ ਪਈਆਂ ਨੇ, ਐਵੇਂ ਬੜੇ ਭੂਤ ਪ੍ਰੇਤ ਵੀ ਆਏ। नाचत हाथ कपाल धरे। ਐਵੇਂ ਕਹਿੰਦੇ ਮੁੰਡੀਆਂ ਸਿਰਾਂ ਤੇ ਹੱਥ ਰੱਖ ਕੇ ਨੱਚਦੇ। अंत विकार भरे डर में है। ਐਵੇਂ ਕਹਿੰਦੇ ਬੜਾ ਹੀ ਅੰਧਕਾਰ ਛਾ ਗਿਆ ਸਾਰੇ ਪਾਸੇ। दाऊद ताल बजाए खरे। ਹਾਂ, ਕਹਿੰਦੇ ਬੜੀਆਂ ਹੀ ਤਾਲਾਂ ਵਜਾ ਕੇ ਆ ਜਿਹੜੀਆਂ ਗੁਪਤ ਰੂਹਾਂ ਆਈਆਂ ਸਨ ਬੜੀਆਂ ਹੀ ਨੱਚਦੀਆਂ ਜੰਗ ਅੰਦਰ। 8000 भरे दल आए। ਐਵੇਂ ਕਹਿੰਦੇ 8000 ਦਾ ਮੁਗਲਾਂ ਦਾ ਦਲ ਅੱਗੇ ਆਇਆ। खाए सकैनत फंगन को। ਹਾਂ, ਕਹਿੰਦੇ ਇਹਨਾਂ ਦਾ ਕੋਈ ਜ਼ੋਰ ਹੀ ਨਾ ਚੱਲਿਆ, ਬੰਦੂਕਾਂ ਹੀ ਨਾ ਚੁੱਕ ਸਕੇ। सीत ते होए रहे जड़ के सम। ਹਾਂ, ਕਹਿੰਦੇ ਇਹਨਾਂ ਨੂੰ ਇੱਕ ਸੀਤ ਠੰਡ ਵੀ ਮਹਿਸੂਸ ਕਰਦੇ ਸਨ। प्रेत अगर तुरंगन को। ਹਾਂ, ਫਿਰ ਵੀ ਕਹਿੰਦੇ ਬੜਾ ਬਲ ਕਰਕੇ ਆਪਣੇ ਘੋੜਿਆਂ ਨੂੰ ਅੱਗੇ ਪ੍ਰੇਰਿਆ ਇਹਨਾਂ। तापत पावक को भट जोध के। ਹਾਂ, ਉਧਰ ਰਾਏ ਜੋਧ ਵੱਲ ਜਿਹੜੇ ਸੂਰਮੇ ਸਨ ਕਹਿੰਦੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਬੜੇ ਹੀ ਵੀਰ ਰਸ ਅੰਦਰ ਆਏ। होत नहीं ठर अंगन को। ਹਾਂ, ਇਹਨਾਂ ਸਿੱਖਾਂ ਦੇ ਅੰਦਰ ਕਹਿੰਦੇ ਕਿਤੇ ਵੀ ਕੋਈ ਠੰਡ ਨਹੀਂ ਲੱਗਦੀ। पै सावधान भरे सब आयुध। ਆ ਸਾਰੇ ਜਿਹੜੇ ਸੂਰਮੇ ਸਿੱਖ ਕਹਿੰਦੇ ਐ ਸਾਵਧਾਨ ਹੋ ਗਏ। आवत सतरन भंगन को। ਆ ਜਿਹੜੇ ਅੱਗੋਂ ਵੈਰੀ ਆਉਂਦੇ ਇਹਨਾਂ ਨੂੰ ਭੰਗਣ ਮਾਰਨ ਦੇ ਲਈ। प्यार को फंग 1000 होती। ਐਵੇਂ ਕਹਿੰਦੇ ਹਜ਼ਾਰਾਂ ਜਵਾਨਾਂ ਨੇ ਹੱਥਾਂ ਦੇ ਵਿੱਚ ਬੰਦੂਕਾਂ ਫੜ ਕੇ ਇੱਕੋ ਵਾਰੀ ਗੋਲੀਆਂ ਚਲਾਈਆਂ। एक बार चली अर मारन को। ਇੱਕੋ ਵਾਰੀ ਗੋਲੀਆਂ ਚੱਲੀਆਂ, ਕਹਿੰਦੇ ਆ ਵੈਰੀਆਂ ਨੂੰ ਮਾਰ ਸੁੱਟਿਆ। मुख रौर के शोर दई। ਐਵੇਂ ਸਾਹਮਣੇ ਜਿਹੜਾ ਦਲ ਆਉਂਦਾ ਉਹਦੇ ਵੱਲ ਕਰਕੇ ਛੱਡ ਦਿੱਤੀਆਂ। कान लगी कनकारन को। ਸਾਡੇ ਤੁਰਕਾਂ ਦੇ ਸਰੀਰ ਤੇ ਲੱਗੀਆਂ, ਇਹਨਾਂ ਦੇ ਅੰਗ ਜ਼ਖਮੀ ਹੋ ਗਏ। शेर बरूद बंदूकन पा।
ਪਾਏ। ਫੇਰ ਬਾਰ-ਬਾਰ ਸਿੱਖ ਕਹਿੰਦੇ ਬੰਦੂਕਾਂ ਦੇ ਵਿੱਚ ਬਰੂਦ ਪਾਉਂਦੇ। ਅਸੀਂ ਗੁਲਕਾਨ ਪ੍ਰਹਾਰਨ ਕੋ। ਫੇਰ ਬੰਦੂਕਾਂ 'ਚ ਗੋਲੀਆਂ ਪਾ ਕੇ ਐ ਕੱਸ ਲੈਂਦੇ ਦੂਜੇ ਵਾਰ ਲਈ। ਸਿਖਰ ਚਲਾਏ ਨਹੀਂ ਰਣਦਾਰਨ। ਫੇਰ ਉਸੇ ਵੇਲੇ ਦੂਜਾ ਵਾਰ ਕਰ ਦਿੰਦੇ ਬੰਦੂਕ ਨਾਲ। ਮਾਰਨ 8000 ਕੋ। ਐਵੇਂ 8000 ਦਾ ਜਿਹੜਾ ਮੁਗਲਾਂ ਦਾ ਦਲ ਆਇਆ ਸੀ ਉਹਨੂੰ ਮਾਰਨ ਵਾਸਤੇ। ਪੂਰਨਤਾ ਇਮਤਾਰ ਮਹਾ। ਐਵੇਂ ਕਹਿੰਦੇ ਬੜੇ ਹੀ ਬਲ ਦੇ ਨਾਲ ਸਿੱਖਾਂ ਨੇ ਮਾਰ ਦਿੱਤਾ ਇਹਨਾਂ ਨੂੰ। ਇਹ ਜੋਧ ਨੇ ਮਾਰ ਵੱਡੀ ਕਰਵਾਈ। ਐਵੇਂ ਕਹਿੰਦੇ ਰਾਏ ਜੋਧ ਨੇ ਕਹਿ ਕੇ ਬੜੀ ਵੱਡੀ ਮਾਰ ਕਰਵਾਈ। ਚਾਰ ਕਰੇ ਇਮਵਾਰ ਬੰਦੂਕਨ। ਹਾਂ ਐਵੇਂ ਕਹਿੰਦੇ 4 ਵਾਰ ਰਾਏ ਜੋਧ ਨੇ ਕਹਿ ਕੇ ਆਪਣੇ ਸਿੱਖਾਂ ਦੇ ਕੋਲੋਂ ਕਰਵਾਏ। ਇੱਕ ਹੀ ਬਾਤ ਨ ਸਤਰ ਚਲਾਈ। ਹਾਂ ਇੱਕ ਵਾਰ ਵੀ ਕਹਿੰਦੇ ਤੁਰਕਾਂ ਦੇ ਕੋਲੋਂ ਵਾਰ ਹੀ ਨਾ ਹੋਇਆ। ਉਹ ਧੜਾ ਧੜ ਗੇਰਤ ਸੂਰ। ਐਵੇਂ ਕਹਿੰਦੇ ਆ ਜਿਹੜੇ ਸੂਰਮੇ ਧੜਾ ਧਾੜ ਜ਼ਮੀਨ ਤੇ ਡਿੱਗਦੇ। ਧੜਾ ਧੜਿਓ ਗੁਲਕਾਨ ਮਚਾਈ। ਹਾਂ ਕਹਿੰਦੇ ਜੇ ਤਾੜ ਤਾੜ ਕਰਕੇ ਗੋਲੀਆਂ ਚੱਲਦੀਆਂ ਇਧਰੋਂ। ਸੋਚਤ ਰੰਗ ਫਿਰੈ ਹੈ ਨਾਵਤ। ਆ ਸਾਰੇ ਤੁਰਕ ਕਹਿੰਦੇ ਘੋੜਿਆਂ ਤੋਂ ਥੱਲੇ ਡਿੱਗ ਪਏ ਤੇ ਘੋੜੇ ਖਾਲੀ ਘੁੰਮਦੇ। ਕੇਤਕ ਮ੍ਰਿਤ ਭਏ ਲਗ ਧਾਈ। ਆ ਕੁਝ ਤਾਂ ਘੋੜੇ ਕਹਿੰਦੇ ਗੋਲੀਆਂ ਦੇ ਵਾਰ ਦੇ ਨਾਲ ਜ਼ਖਮੀ ਹੋਏ ਨੇ। ਰਸਾਵਲ ਛੰਦ ਗੁਰੂ ਸੂਰ ਦੌਰੇ। ਆ ਐਵੇਂ ਕਹਿੰਦੇ ਗੁਰੂ ਦੇ ਸੂਰਮੇ ਦੌੜ ਕੇ ਪਏ ਅੱਗੋਂ। ਕਰੇ ਸੰਤਰ ਬੌਰੇ। ਸਾਰੇ ਵੈਰੀ ਅੱਗੋਂ ਮਾਰ ਦਿੱਤੇ। ਨਾਹੀਂ ਬੁਝੈ। ਆ ਕੁਝ ਵੀ ਮੁਗਲਾਂ ਕੋ ਜਾਣਿਆ ਨਹੀਂ ਗਿਆ। ਸੰਤਰ ਜੂਝੈ। ਜਦੋਂ ਛਤਰ ਵਗਦੇ ਨੇ ਸ਼ਸਤਰਾਂ ਦੇ ਨਾਲ ਬੜਾ ਭਾਰੀ ਜੰਗ ਮਚਿਆ। ਕੇ ਪੰਥ ਮਾਹੀ। ਐਵੇਂ ਰਸਤੇ ਦੇ ਵਿੱਚ ਕੱਟੇ ਗਏ ਮੁਗਲ। ਭਈ ਨੀਂਦ ਨਾਹੀ। ਇਹਨਾਂ ਦੀ ਅੱਖਾਂ ਵਿੱਚ ਕਹਿੰਦੇ ਨੀਂਦ ਹੀ ਨਹੀਂ ਪਈ। ਤੇ ਭੂਖ ਭਾਰੇ। ਆ ਕਿਤੇ ਤਾਂ ਮੁਗਲ ਭੁੱਖੇ ਭੱਜੇ ਫਿਰਦੇ। ਸਦਾ ਨਾ ਨਿਵਾਰੇ। ਕਿਸੇ ਨੂੰ ਕਹਿੰਦੇ ਭੁੱਖ ਲੱਗੀ ਆਪਣੀ ਭੁੱਖ ਨੂੰ ਦੂਰ ਹੀ ਨਾ ਕੀਤਾ। ਐ ਭੂਰ ਭਾਰਾ। ਉਧਰੋਂ ਅਗਲੇ ਪਾਸੇ ਕਹਿੰਦੇ ਭਾਰੀ ਕਹਿੰਦੇ ਜਿਹੜਾ ਹਨੇਰਾ ਛਾਇਆ ਹੋਇਆ। ਨਾ ਜਾਈ ਸੰਭਾਰਾ। ਕਿਸੇ ਦੇ ਕੋਲੋਂ ਵੀ ਕਹਿੰਦੇ ਸਿੱਖਾਂ ਦੇ ਹਥਿਆਰ ਸਾਂਭੇ ਨਾ ਗਏ। ਗੁਰੂ ਗੀਰ ਜਾਏ। ਆਏ ਤਾਂ ਗੁਰੂ ਦੀ ਆਗਿਆ ਵਿੱਚ ਹੀ ਹੈ। ਸਮੀਰਮ ਚਲਾਏ। ਆ ਜਿਹੜੀ ਠੰਡੀ ਹਵਾ ਚੱਲਦੀ ਕਹਿੰਦੇ ਵੀ ਗੁਰੂ ਦੀ ਆਗਿਆ ਅੰਦਰ ਚੱਲਦੀ। ਮਹਾ ਸੀਤ ਵਿਆਪੇ। ਆ ਮੁਗਲ ਬੜੀ ਠੰਡ ਨੂੰ ਮਹਿਸੂਸ ਕਰਦੇ। ਬੜੇ ਸੰਤਰ ਕਾਪੇ। ਐਵੇਂ ਬੜੇ ਭਾਰੀ ਛਤਰ ਚੱਲੇ। ਟੇ ਦੰਤ ਬੋਲੇ। ਆ ਜਦੋਂ ਬੋਲਦੇ ਮੁਗਲ ਕਹਿੰਦੇ ਇਹਨਾਂ ਦੇ ਦੰਦ ਆਪਸ ਚ ਵੱਜਦੇ। ਅਸੇ ਹਾਥ ਖੋਲੇ। ਮਹਾ ਇਹਨਾਂ ਦੇ ਹੱਥ ਖੁੱਲਦੇ। ਕਿਤੇ ਦੇਰ ਲਾਗੇ। ਆ ਇੰਨੀ ਦੇਰ ਲਾ ਦਿੰਦੇ ਹੱਥ ਖੋਲਦਿਆਂ। ਕਾਨ ਤਿਆਗੇ। ਆ ਫਿਰ ਕਹਿੰਦੇ ਇਹਨਾਂ ਕੋ ਬੰਦੂਕਾਂ ਨਹੀਂ ਚੱਲਦੀਆਂ ਛੱਡ ਦਿੰਦੇ। ਕਰਿਓ ਜੋਧ ਹੱਲਾ। ਐਵੇਂ ਕਹਿੰਦੇ ਰਾਏ ਜੋਧ ਨੇ ਇਧਰੋਂ ਹੱਲਾ ਕਰਤਾ। ਨਹੀਂ ਜਾਈ ਝੱਲਾ। ਆ ਇਹ ਜਿਹੜਾ ਹੱਲਾ ਕਹਿੰਦੇ ਤੁਰਕਾਂ ਦੇ ਕੋਲੋਂ ਝੱਲਿਆ ਹੀ ਨਹੀਂ ਗਿਆ। ਰੱਖੇ ਸਤਰ ਹਾਰੇ। ਐਵੇਂ ਜਦੋਂ ਰਾਏ ਜੋਧ ਨੇ ਜਾਣਿਆ ਕਿ ਮੁਗਲ ਮਾਰੇ ਗਏ ਹਾਰ ਗਏ। ਲੈ ਵੀਰ ਭਾਰੇ। ਐਵੇਂ ਭਾਰੀ ਸੂਰਮੇ ਅੱਗੇ ਆ ਕੇ ਮਿਲੇ। ਕਰੇ ਖੱਗ ਨੰਗੇ। ਐਵੇਂ ਕਹਿੰਦੇ ਖੱਗ ਆਪਣੀਆਂ ਤਲਵਾਰਾਂ ਨੰਗੀਆਂ ਕੀਤੀਆਂ। ਜਿਨ੍ਹਾਂ ਬਾੜ ਚੰਗੇ। ਜਿਨ੍ਹਾਂ ਦੇ ਨਾਲ ਕਹਿੰਦੇ ਨਾ ਮੁਗਲਾਂ ਦੀਆਂ ਜੰਗੀਆਂ ਲੱਤਾਂ ਵੜ ਦਿੱਤੀਆਂ। ਕਰਿਓ ਭੂਰ ਰੌਲਾ। ਐਵੇਂ ਬੜਾ ਭਾਰੀ ਰੌਲਾ ਪੈ ਗਿਆ ਮੁਗਲਾਂ 'ਚ। ਸਮਿਆ ਦੂਰ ਠੌਰਾ। ਬੜੀ ਦੂਰ ਦੂਰ ਤੱਕ ਆਵਾਜ਼ਾਂ ਆਉਂਦੀਆਂ। ਗੁਰੂ ਜਾਨ ਲੀਨੋ। ਐਵੇਂ ਕਹਿੰਦੇ ਛੇਵੇਂ ਪਾਤਸ਼ਾਹ ਨੇ ਜਾਣ ਲਿਆ ਚਰਨ ਭੂਰ ਕੀਨੋ। ਕਿ ਬੜਾ ਭਾਰੀ ਯੁੱਧ ਮਚਿਆ ਅਗਲੇ ਪਾਸੇ। ਭੱਟੇ ਔਰ ਸੂਰਮ। ਹੋਰ ਸੂਰਮੇ ਭੇਜੇ ਗੁਰੂ ਨੇ। ਹਜ਼ਾਰਾਂ ਸੂਰਮ। ਹਜ਼ਾਰਾਂ ਦੀ ਤਾਦਾਦ 'ਚ ਸੂਰਮੇ ਆਏ। ਰਣ ਰੰਗ ਰਾਤੇ। ਐਵੇਂ ਸਾਰੇ ਹਜ਼ਾਰਾਂ ਦੀ ਤਾਦਾਦ 'ਚ ਸਿੱਖ ਆਏ। ਬੜਾ ਭਾਰੀ ਯੁੱਧ ਮਚ ਪਿਆ। ਚੱਲੇ ਵੀਰ ਮਾਤੇ। ਐਵੇਂ ਵੀਰ ਕਹਿੰਦੇ ਗੁਰੂ ਦੇ ਪ੍ਰੇਮ 'ਚ ਰੱਤੇ ਚੱਲ ਪਏ। ਜਹਾਂ ਜੋਧ ਜੋਧਾ। ਜਿੱਥੇ ਰਾਏ ਜੋਧ ਖਲੋਤਾ ਸੀ। ਪਿਓ ਧਾਰ ਗੋਦਾ। ਜਿੱਥੇ ਰਾਏ ਜੋਧ ਦੇ ਅੰਦਰ ਕਹਿੰਦੇ ਬੜਾ ਹੀ ਕ੍ਰੋਧ ਸੀ। ਕਹਾਂ ਜਾਏ ਬੋਲੇ। ਉੱਥੇ ਜਾ ਕੇ ਸੂਰਮੇ ਬੋਲੇ। ਬਟੇ ਕੰਧ ਕੰਧ ਡੋਲੇ। ਹਾਂ ਉੱਥੇ ਕਹਿੰਦੇ ਕੋਲ ਜਾ ਕੇ ਸਾਰੇ ਸੂਰਮਿਆਂ ਨੇ ਦਲ ਬਣਾ ਲਿਆ। ਬਟੇ ਬੰਨ ਜਾਰੀ। ਉਸ ਵੇਲੇ ਰਾਏ ਜੋਧ ਦੇ ਕੋਲ ਖਲੋਤੇ ਨੇ ਬੜੀ ਤਿਆਰੀ ਕੀਤੀ। ਨਹੀਂ ਸੀਤ ਭਾਰੀ। ਹਾਂ ਕਿਸੇ ਨੂੰ ਵੀ ਕਹਿੰਦੇ ਠੰਡ ਨਹੀਂ ਲੱਗਦੀ ਸੂਰਮਿਆਂ ਨੂੰ। ਚਲਾਏ ਤੁਫੰਗਾ। ਹੱਥਾਂ 'ਚ ਬੰਦੂਕਾਂ ਫੜ ਕੇ ਖਿੱਚ ਖਿੱਚ ਚਲਾਉਂਦੇ। ਲੱਗਿਆ ਸੱਤਰ ਅੰਗਾ। ਆ ਬੈਰੀਆਂ ਦੇ ਅੰਗਾਂ ਨੂੰ ਲੱਗੀਆਂ। ਅਸੈ ਫੇਰ ਮਾਰੈ। ਫੇਰ ਸਿੱਖ ਬੰਦੂਕਾਂ ਦੇ ਵਿੱਚ ਗੋਲੀਆਂ ਕੱਸਦੇ। ਨਾ ਪੈਰੀ ਸੰਭਾਲੈ। ਬੈਰੀਆਂ ਕੋ ਕਹਿੰਦੇ ਫੇਰ ਨਹੀਂ ਸੰਭਾਲੀਆਂ ਗਈਆਂ। ਨਹੀਂ ਹਾਥ ਰਲੈ। ਆ ਇਹਨਾਂ ਦੇ ਹਾਥੀ ਨਹੀਂ ਸਿੱਧੇ ਹੁੰਦੇ ਮੁਗਲਾਂ ਦੇ। ਇਹ ਜਾਏ ਘਾਲੈ। ਧਰਤੀ ਦੇ ਉੱਪਰ ਮੁੱਧੜੇ ਮੂੰਹ ਡਿੱਗਦੇ। ਤਬੈ ਏਕ ਗੋਰੀ।
ਆ ਜਦੋਂ ਕਹਿੰਦੇ ਇੱਕ ਗੋਲੀ ਚੱਲੀ ਅਤੈ ਜੋਧ ਹੋਰੀ ਵੱਡੇ ਵੱਡੇ ਸੂਰਮਿਆਂ ਨੂੰ ਮਾਰ ਗਈ ਨਹੀਂ ਓਜ ਹੋਵੈ ਕਿਸੇ ਦੇ ਕੋਲੋਂ ਕਹਿੰਦੇ ਸੰਭਾਲਿਆ ਹੀ ਨਹੀਂ ਗਿਆ, ਬਲ ਹੀ ਨਹੀਂ ਰਿਹਾ, ਬਿਰਥਾ ਪ੍ਰਾਨ ਖੋਵੈ ਆਪਣੇ ਪ੍ਰਾਣਾਂ ਨੂੰ ਖੋ ਬਹਿੰਦੇ, ਲਾਇਓ ਨਾ ਜਾਵੈ ਕਿਸੇ ਕੋ ਭੱਜਿਆ ਵੀ ਨਹੀਂ ਜਾਂਦਾ ਤੁਰਕਾਂ ਦੇ ਕੋਲੋਂ, ਨਹੀਂ ਪੰਥ ਪਾਵੈ ਕਿਉਂਕਿ ਕਿਸੇ ਨੂੰ ਰਸਤੇ ਦਾ ਪਤਾ ਹੀ ਨਹੀਂ ਚੱਲਿਆ। ਭਏ ਦੁਖ ਕੇਈ ਐਵੇਂ ਕਹਿੰਦੇ ਬੜੇ ਦੁਖੀ ਹੋ ਗਿਆ ਤੁਰਕ, ਨਹੀਂ ਧੀਰ ਲਈ ਕਿਸੇ ਦੇ ਅੰਦਰ ਧੀਰਜ ਹੀ ਨਹੀਂ ਆਇਆ। ਦੋਹਰਾ 2000 ਗੁਰ ਸੈਨ ਐਵੇਂ ਕਹਿੰਦੇ 2000 ਫੌਜ ਗੁਰੂ ਸਾਹਿਬ ਦੀ। ਤਬ ਹੈ ਸੁਖ ਨਹੀਂ ਜੰਗ ਆ ਜਦੋਂ ਭਾਰੀ ਸੌਖਾ ਜੰਗ ਜਾਣ ਲਿਆ, ਖੜਕ ਨਿਕਾਸੇ ਮਿਆਨ ਤੇ ਐਵੇਂ ਕਹਿੰਦੇ ਸੂਰਮਿਆਂ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਬਾਹਰ। ਤੁਰਕਨ ਹਤੈ ਨਿਸੰਗ ਆ ਸਾਰੇ ਤੁਰਕਾਂ ਨੂੰ ਬਿਨਾਂ ਡਰ ਤੋਂ ਜਾ ਕੇ ਵੱਢਣ ਲੱਗੇ। ਫਿਰ ਸਾਵਲ ਛੰਦ ਕਿਰਪਾਨਾਂ ਚਲਾਈ ਐਵੇਂ ਕਿਰਪਾਨਾਂ ਚਲੀਆਂ, ਸਲੋਹੁ ਚਖਾਈ ਐ ਕਹਿੰਦੇ ਲਹੂ ਨਾ ਭਿੱਜ ਗਈਆਂ ਕਿਰਪਾਨਾਂ, ਮੈਂ ਸਤਰ ਅੰਗਾ ਆ ਬੈਰੀਆਂ ਦੇ ਅੰਗ ਵੱਢ ਦਿੱਤੇ। ਭਈ ਲਾਲ ਰੰਗਾ ਐ ਕਿਰਪਾਨਾਂ ਲਾਲ ਹੋ ਗਈਆਂ, ਲਾਵੈ ਤੁਰੰਗਾ ਆ ਘੋੜਿਆਂ ਨੂੰ ਭਜਾਉਂਦੇ ਮਿਲੈ ਸਤਰ ਸੰਗਾ ਜਾ ਕੇ ਤੁਰਕਾਂ ਨਾਲ ਮਿਲਦੇ। ਹੈ ਸੋ ਸੰਭਾਰੈ ਆ ਜਿਹੜੇ ਕਹਿੰਦੇ ਵੇਖ ਕੇ ਅੱਗੋਂ ਸੰਭਾਲਣਾ ਕਰਦੇ, ਨਹੀਂ ਓਜ ਧਾਰੈ ਕਿਸੇ ਦੇ ਕੋਲੋਂ ਵੀ ਕੋਈ ਆਸਰਾ ਨਾ ਮਿਲਦਾ। ਏ ਹਾਥ ਭਾਰੇ ਐਵੇਂ ਕਹਿੰਦੇ ਭਾਰੀ ਹੱਥ ਮਿਲੇ, ਨਾ ਜਾਣੀ ਉਭਾਰੇ ਕਿਸੇ ਦੇ ਕੋਲੋਂ ਵੀ ਕੋਈ ਚਾਰਾ ਨਾ ਚੱਲਿਆ, ਮੁਗਲ ਮਾਰੇ ਗਏ। ਕਹਾ ਬਾਰ ਕੋਟੈ ਆ ਕਹਿੰਦੇ ਉਦੋਂ ਜਾ ਕੇ ਸਿੱਖ ਬੜੇ ਵਾਰ ਕਰਦੇ, ਕਰੈ ਕੌਣ ਚੋਟੈ ਆ ਕਿੱਥੇ ਕਿੱਥੇ ਚੋਟਾਂ ਵੱਜਦੀਆਂ ਪਤਾ ਹੀ ਨਾ ਲੱਗਾ। ਕਰੈ ਮੂਢ ਮਾਰੇ ਐਵੇਂ ਮੂਰਖ ਮੁਗਲ ਮਾਰੇ ਗਏ ਪਾਨੰ ਪ੍ਰਹਾਰੇ ਕਿਰਪਾਨਾਂ ਦੇ ਵਾਰਾਂ ਨਾਲ। ਕਿਉ ਤੀਰ ਤੋ ਛੋਰੇ ਆ ਫਿਰ ਕਹਿੰਦੇ ਸਿੱਖਾਂ ਨੇ ਹੱਥ 'ਚ ਧਨੁੱਖ ਫੜ ਕੇ ਐ ਤੰਦੀ ਨੂੰ ਕੰਨ ਤੱਕ ਖਿੱਚ ਕੇ ਤੀਰ ਛੱਡੇ। ਲੈ ਸਤਰ ਭੋਰੇ ਆ ਕਹਿੰਦੇ ਵੈਰੀਆਂ ਤੁਰਕਾਂ ਦੇ ਦਿਲਾਂ ਦੇ ਵਿੱਚ ਛੇਕ ਕਰਤੇ। ਕਿਉ ਫੇਰ ਨਿਜਾ ਫਿਰ ਸਿੱਖਾਂ ਨੇ ਹੱਥਾਂ 'ਚ ਨੇਜੇ ਫੜ ਲਏ, ਪ੍ਰਯੋ ਕਰੇਜਾ ਆ ਕਲੇਜੇ ਪਰੋਤੇ ਖੰਡਿਆਂ ਦੇ ਨਾਲ। ਅੱਲਾ ਹਾਲ ਮਾਚੀ ਐਦਾਂ ਕਹਿੰਦੇ ਹਾਹਾਕਾਰ ਮਚ ਗਈ ਜੰਗ ਵਿੱਚ। ਲਹੂ ਧੂਲ ਰਾਚੀ ਐ ਕਹਿੰਦੇ ਲਹੂ ਹੀ ਫੈਲ ਗਿਆ ਸਾਰੇ ਪਾਸੇ। ਤੇਰੇ ਅੰਗ ਭੰਗੇ ਐਵੇਂ ਅੰਗ ਵੱਢੇ ਗਏ, ਤੁਰਕ ਥੱਲੇ ਡਿੱਗੇ ਸਮੂਹੰ ਤੁਰੰਗੈ ਆਪਣੇ ਘੋੜਿਆਂ ਦੇ ਨਾਲ ਹੀ। ਕਿਤੇ ਹਾਏ ਬੋਲੇ ਆ ਕਿਧਰੇ ਕਹਿੰਦੇ ਹਾਏ ਹਾਏ ਕਰਦੇ ਤੁਰਕ, ਕਿਤੇ ਛੂਛ ਡੋਲੇ ਆ ਕਿਧਰ ਕਹਿੰਦੇ ਸ਼ੂਸ਼ ਭੁੱਖੇ ਹੀ ਭੱਜੇ ਫਿਰਦੇ। ਦੋਹਰਾ ਇੱਕ ਇੱਕ ਗੁਰ ਕੇ ਸੂਰਮੇ ਆ ਇਧਰ ਗੁਰੂ ਦੇ ਕਹਿੰਦੇ ਕੱਲਾ ਕੱਲਾ ਸੂਰਮਾ, ਪੰਚਕ ਸਬਦ ਸੰਧਾਰ ਆ ਪੰਜ ਪੰਜ ਵੈਰੀਆਂ ਨੂੰ ਮਾਰ ਸੁੱਟ ਦੇ। ਕਰਨ ਬੇਰਨ ਤੁਰਕ ਗਨ ਐਵੇਂ ਕਹਿੰਦੇ ਤੁਰਕਾਂ ਦਾ ਨਬੇੜਾ ਕਰ ਦਿੱਤਾ। ਜਿਮ ਖਾਤੀ ਬਲਦਾਰ ਆ ਸਾਰੇ ਵੱਢੇ ਗਏ ਜਿਵੇਂ ਕਹਿੰਦੇ ਨੇ ਖੇਤੀ ਨੂੰ ਵੱਢਿਆ ਜਾਂਦਾ। ਰਸਾਵਲ ਛੰਦ ਪਈ ਬ੍ਰਿੰਗ ਲੋਥਾਂ ਐਵੇਂ ਕਹਿੰਦੇ ਲੋਥਾਂ ਪਈਆਂ ਅੱਗੇ, ਲੈ ਬਾਜ ਪੋਥਾਂ ਐਵੇਂ ਘੋੜੇ ਖਾਲੀ ਭੱਜੇ ਫਿਰਦੇ। ਲਹੂ ਦੀਲ ਚਾਲਾ ਐਵੇਂ ਲਹੂ ਦੀਆਂ ਕਹਿੰਦੇ ਤਧੀਰੀਆਂ ਚੱਲ ਪਈਆਂ। ਧਿਆਨੈ ਵਿਸਾਲਾ ਬੜਾ ਭਿਆਨਕ ਜਿੰਦਾ ਯੁੱਧ ਮਚਿਆ। ਹਰੇ ਪੁੰਜ ਘੋਰੇ ਐਵੇਂ ਪੁੰਜ ਘੋੜੇ ਮਰੇ ਗਏ। ਤਮੰ ਮੋਟ ਘੋਰੇ ਆ ਕਹਿੰਦੇ ਸਾਰੇ ਪਾਸੇ ਭਾਰੀ ਅੰਧੇਰਾ ਛਾਇਆ। ਦਿਖੈ ਨਾ ਆਗੇ ਆ ਕਿਸੇ ਨੂੰ ਵੀ ਕਹਿੰਦੇ ਅੱਗੋਂ ਆਉਂਦਾ ਦਿਸਦਾ ਨਹੀਂ ਕੁਝ। ਲਖੈ ਅੰਗ ਲਾਗੇ ਉਦੋਂ ਹੀ ਜਾਣਦੇ ਜਦੋਂ ਸਰੀਰ ਦੇ ਨਾਲ ਆ ਕੇ ਤਲਵਾਰਾਂ ਲੱਗਦੀਆਂ। ਚੱਲੈ ਬੇਗ ਜੋਈ ਆ ਜਿਹੜੇ ਕਹਿੰਦੇ ਮੁਗਲ ਬੜੀ ਤੇਜ਼ੀ ਨਾਲ ਆਉਂਦੇ, ਗਿਰੈ ਲਾਗ ਸੋਈ ਆ ਤਲਵਾਰਾਂ ਦੇ ਵਾਰਾਂ ਨਾਲ ਥੱਲੇ ਡਿੱਗਦੇ। ਕਿਤੇ ਘਾਏ ਖਾਏ ਆ ਕਿੱਧਰ ਆ ਕੇ ਸਰੀਰ ਤੇ ਜ਼ਖਮ ਖਾਂਦੇ। ਕਹਿ ਹਾਏ ਹਾਏ ਜਦੋਂ ਜ਼ਖਮ ਖਾਂਦੇ ਕਹਿੰਦੇ ਹਾਏ ਹਾਏ ਕਰਦੇ ਥੱਲੇ ਡਿੱਗੇ। ਕਹਿ ਕੋਏ ਭਾਗੇ ਆ ਕੁਝ ਕੁ ਚਾਹੁੰਦੇ ਨੇ ਹੁਣ ਭੱਜ ਜਾਈਏ ਇਥੋਂ। ਨਾ ਸੂਝੈ ਸੋ ਆਗੇ ਆ ਕਿਸੇ ਨੂੰ ਕੋਈ ਸਮਝ ਨਹੀਂ ਲੱਗੀ ਅੱਗੇ ਕੀ ਹੋਇਆ। ਸਾਲਾ ਉਜਾਰਾ ਆ ਜਿਹੜਾ ਕਹਿੰਦੇ ਬੜਾ ਉਜਾਲਾ ਨਾ ਹੋਇਆ। ਪੰਥੈ ਨਿਹਾਰਾ ਆ ਕਿਸੇ ਨੂੰ ਵੀ ਕੋਈ ਪਤਾ ਨਾ ਲੱਗਾ ਰਾਹ ਦਾ, ਬੜਾ ਹੀ ਉਜਾੜਾ ਹੈ ਸਾਰੇ ਪਾਸੇ। ਕਹਾਂ ਭਾਗ ਜਾਵੈ ਆ ਕਿੱਥੇ ਭੱਜ ਜਾਈਏ ਹੁਣ, ਨਹੀਂ ਭੇਵ ਪਾਵੈ ਕੋਈ ਵੀ ਭੇਦ ਨਹੀਂ ਜਾਣਦੇ। ਸੋ ਹੋਏ ਲਚਾਰਾ ਐਵੇਂ ਕਹਿੰਦੇ ਤੁਰਕ ਲਾਚਾਰ ਹੋ ਗਏ। ਹਰੇ ਖਾਏ ਮਾਰਾ ਐਵੇਂ ਮਾਰ ਖਾਂਦੇ ਧਰਤੀ ਤੇ ਡਿੱਗਦੇ। ਨਾ ਹੱਥੈ ਉਠਾਵੈ ਨਾ ਕਹਿੰਦੇ ਇਹਨਾਂ ਦੇ ਹਾਥੀ ਤਾਂ ਹੁੰਦੇ, ਨਾ ਗੋਲੀ ਚਲਾਵੈ ਨਾ ਹੀ ਇਹਨਾਂ ਕੋ ਡਰਦਿਆਂ ਕੋ ਗੋਲੀਆਂ ਚੱਲੀਆਂ। ਕਹੀ ਬਾਏ ਸੀਰੀ ਆ ਉੱਥੇ ਹੀ ਬੈਠੇ ਰਹੇ ਗੋਲੀਆਂ ਖਾਂਦੇ। ਮਹਾ ਸੀਤ ਗੀਰੀ
ਆ ਬੜੀ ਸੀਤ ਠੰਡੀ ਹਵਾ ਚੱਲੀ, ਲੱਗੀ ਦੇਹ ਮਾਹੀ, ਐਵੇਂ ਸਰੀਰ ਨੂੰ ਠੰਡੀ ਹਵਾ ਲੱਗੀ, ਸਹੀ ਜਾਏ ਨਾਹੀ, ਕਿਸੇ ਕੋ ਸਹੀ ਨਾ ਗਈ ਤੁਰਕਾਂ ਦੇ ਕੋਲੋਂ। ਪੁਕਾਰੈ ਕਹੰਤੇ, ਐਵੇਂ ਕਹਿੰਦੇ ਮੂੰਹ ਦੇ ਵਿੱਚੋਂ ਬੋਲ ਕੇ ਪੁਕਾਰਾਂ ਕਰਦੇ। ਕਰਾਮਾਤਵੰਤੇ, ਆ ਕਹਿੰਦੇ ਗੁਰੂ ਤਾਂ ਕਰਾਮਾਤਾਂ ਨਾ ਭਰਿਆ। ਗੁਰੂ ਪਾਉਣ ਪ੍ਰੇਰੀ, ਐਵੇਂ ਕਹਿੰਦੇ ਗੁਰੂ ਨੇ ਆ ਠੰਡੀ ਹਵਾ ਨੂੰ ਲੱਗਦਾ ਸਾਡੇ ਵੱਲ ਪ੍ਰੇਰਿਆ। ਸਭੈ ਜੋ ਨਹਿਰੀ, ਆ ਜਿਹੜੀ ਇਦਾਂ ਦੀ ਅਸੀਂ ਠੰਡੀ ਹਵਾ ਅੱਜ ਤੱਕ ਨਾ ਵੇਖੀ। ਸਭੈ ਸੁਨ ਕੀਨੇ, ਸਾਡੇ ਸਾਰੇ ਸਰੀਰ ਦੇ ਅੰਗ ਸੁੰਨ ਕਰਤੇ, ਭਏ ਬੋਝ ਹੀਨੇ, ਅਸੀਂ ਬਲ ਤੋਂ ਹੀਣੇ ਹੋ ਗਏ। ਕਹੋ ਕੌਣ ਪੀਰਾ, ਆ ਦੱਸੋ ਹੁਣ ਕਿਹੜਾ ਸੂਰਮਾ ਸਹਾਰੈ ਸਮੀਰਾ, ਆ ਠੰਡੀ ਹਵਾ ਨੂੰ ਸਹਾਰ ਸਕੇ। ਲਹਿ ਫੇਰ ਜੁਦਮ, ਆ ਫਿਰ ਕਿਹੜਾ ਯੁੱਧ ਕਰ ਸਕੇ। ਕਰੈ ਸਸਰ ਸੁਦਮ, ਆ ਵੈਰੀਆਂ ਨੂੰ ਕਿਵੇਂ ਮਾਰ ਦਈਏ। ਭਇਓ ਕ੍ਰੋਧ ਪਾਰੇ, ਐਵੇਂ ਕਹਿੰਦੇ ਪਾਰਾ ਠੰਡ ਨੇ ਕ੍ਰੋਧ ਹੀ ਕੀਤਾ ਲੱਗਦਾ। ਸਭੇ ਆਨ ਮਾਰੇ, ਆ ਸਾਰੇ ਆ ਕੇ ਠੰਡ ਨੇ ਮਾਰ ਦਿੱਤੇ। ਸੁਨੈ ਕੌਣ ਬਾਨੀ, ਆ ਕਿਹੜਾ ਸਾਡੀ ਬਾਣੀ ਨੂੰ ਸੁਣੇ ਫਿਰ। ਭਈ ਧੂਮ ਧਾਨੀ, ਸਾਰੇ ਪਾਸੇ ਕਹਿੰਦੇ ਧੁੰਦੀ ਪਈ ਹੋਈ। ਦੋਹਰਾ ਗੁਰ ਆਗਿਆ ਤੇ ਸੀਤ ਭਾ, ਆ ਐਵੇਂ ਕਹਿੰਦੇ ਤੁਰਕ ਵਿਚਾਰਾਂ ਕਰਦੇ ਬੜੇ ਹੀ ਨਿਭਲ ਹੋਏ। ਕਹਿੰਦੇ ਆ ਜਿਹੜੀ ਠੰਡੀ ਹਵਾ ਆਉਂਦੀ ਹੈ ਵੀ ਗੁਰੂ ਦੀ ਆਗਿਆ ਵਿੱਚ ਹੀ ਇਹ ਲੱਗਦੀ। ਸਕੈ ਨ ਸਸਰ ਉਠਾਏ, ਆ ਜਿਹੜੀ ਠੰਡ ਦੇ ਕਰਕੇ ਸਾਡਾ ਬਲ ਨਹੀਂ ਚੱਲਦਾ। ਤਨ ਕੰਪਦ ਬਾਜ ਦਸਨਾ, ਆ ਸਾਡੇ ਸਰੀਰ ਕੰਬਦੇ ਨੇ, ਦੰਦ ਆਪਸ ਚ ਵੱਜਦੇ। ਭਏ ਬਿਪਸ ਪਛਤਾਏ, ਬੜੇ ਕਹਿੰਦੇ ਬੇਬਸ ਹੋਏ ਪਏ ਸਿੱਖਾਂ ਦੇ ਬਲ ਕਰਕੇ ਡਰਦੇ। ਤੇ ਸੈਨ ਸਰਦਾਰ ਜੀ, ਉਧਰ ਜਿਹੜੇ ਸੈਨਾ ਦੇ ਦੋ ਸਰਦਾਰ ਆਏ ਸਨ। ਭਏ ਪਿਸ਼ਾਰੀ ਸੋਏ, ਆ ਦੋਵੇਂ ਡਰਦੇ ਕਹਿੰਦੇ ਪਿੱਛੇ ਰਹੇ, ਅੱਗੇ ਸਿੱਖਾਂ ਵੱਲ ਨਾ ਆਏ। ਹੋਇਓ ਲਸ਼ਕਰ ਅਗਰਜ, ਆ ਜਿਹੜਾ ਲਸ਼ਕਰ ਸੀ ਆਪਣਾ ਦਲ ਕਹਿੰਦੇ ਅੱਗੇ ਨੂੰ ਕੀਤਾ। ਤਖਤ ਸ਼ੁੱਧ ਕਰ ਠਰ ਜੋਏ, ਆ ਇਹ ਤਾਂ ਕਹਿੰਦੇ ਪਹਿਲਾਂ ਹੀ ਭੁੱਖੇ ਠੰਡ ਨਾਲ ਮਰ ਰਹੇ ਸਨ। ਭਾਜਿਓ ਲਰਿਓ ਨਾ ਲਖ ਪਰੈ, ਆ ਕਿਸੇ ਦੇ ਕੋਲੋਂ ਵੀ ਸਿੱਖਾਂ ਨਾਲ ਲੜਿਆ ਨਹੀਂ ਗਿਆ, ਭੱਜ ਗਏ ਸਾਰੇ। ਜੋ ਅੰਧੇਰਾ ਪੀਨ, ਆ ਬੜਾ ਭਾਰੀ ਕਹਿੰਦੇ ਹਨੇਰਾ ਹੋਇਆ ਸੀ। ਸੈਨਾ ਪਤ ਬਾਜੇ ਸਕਲ, ਆ ਜਿਹੜੀ ਕਿਹੜੀ ਥੋੜੀ ਜੀ ਸੈਨਾ ਬਚ ਗਈ, ਸੈਨਾ ਪ੍ਰਾਨ ਵਿਹੀਨ, ਸਾਰੀ ਕਹਿੰਦੀ ਪ੍ਰਾਣਾ ਤੋਂ ਹੀਣੀ ਹੋਈ ਸੀ। ਕਹਾਂ ਲਗ ਨਿਬਲਤਾ, ਆ ਕਵੀ ਜੀ ਕਹਿੰਦੇ ਹੁਣ ਕਿੱਥੋਂ ਤੱਕ ਇਹਨਾਂ ਦੀ ਨਿਬਲਤਾ ਦੱਸਣੀ ਕਰਾਂ। ਭਈ ਚਤੁਰ ਕਨ ਮਾਹੇ, ਆ ਜਿਹੜੀ ਮੁਗਲਾਂ ਦੇ ਵਿੱਚ ਛਾਈ ਹੋਈ ਏ। ਭਾਜੇ ਗਏ ਨਾ ਮੁਰ ਡਰੇ, ਆ ਕੁਝ ਕੁ ਮੁਗਲ ਡਰਦੇ ਕਹਿੰਦੇ ਪਿੱਛੇ ਨੂੰ ਹੀ ਭੱਜ ਗਏ, ਲੜੇ ਨਹੀਂ। ਖਰੇ ਖਰੇ ਮਰ ਜਾਹੇ, ਇਹ ਜਿਹੜੇ ਕੁਝ ਕੁ ਖੜੇ ਸਨ ਇਹ ਸਿੱਖਾਂ ਦੇ ਵਾਰਾਂ ਦੇ ਨਾਲ ਹੀ ਮਰੇ। ਸ੍ਰੀ ਸਤਿਗੁਰ ਕੀ ਸੈਨ ਗਨ, ਐਵੇਂ ਸਤਿਗੁਰੂ ਦੀ ਸਾਰੀ ਸੈਨਾ ਜਿਹੜੀ ਸੁਨੀ ਅਵਾਈ ਪੂਰ, ਆ ਜਦੋਂ ਸਾਰੀ ਸੈਨਾ ਨੇ ਆਵਾਜ਼ ਸੁਣੀ। ਮਾਰੇ ਸੁਗਮ ਨ ਕੁਛ ਡਰੇ, ਆ ਕੁਝ ਕੁ ਤਾਂ ਮੁਗਲ ਮਾਰ ਦਿੱਤੇ, ਕੁਝ ਭੱਜ ਗਏ। ਗੁਰ ਪ੍ਰਮੋਦ ਬਹੁਸੂਰ, ਸਾਰੇ ਸਿੱਖਾਂ ਅੰਦਰ ਕਹਿੰਦੇ ਬੜਾ ਹੀ ਆਨੰਦ ਛਾਇਆ ਜਦੋਂ ਜਾਣਿਆ ਕਿ ਅਸੀਂ ਹੁਣ ਜਿੱਤ ਨੂੰ ਪਾ ਲੈਣਾ। ਸਪਤ ਅਸ਼ਟ ਹਜ਼ਾਰ ਭਟ, ਹਾਂ ਐਵੇਂ ਕਹਿੰਦੇ ਪਹਿਲਾਂ 7000 ਦਾ ਦਲ ਆਇਆ, ਫਿਰ 8000 ਸੂਰਮੇ ਆਏ ਸੀ। ਮਰੇ ਅੰਧੇਰੇ ਮਾਹੇ, ਆ ਸਾਰੇ ਮੁਗਲ ਕਹਿੰਦੇ ਅੰਧੇਰੇ ਵਿੱਚ ਹੀ ਮਰ ਗਏ। ਲਾ ਬੇਗ ਟਿਕ ਸੁਧ ਗਈ, ਐਵੇਂ ਲਲਾ ਬੇਗ ਦੇ ਕੋਲ ਸਾਰੀ ਸੋਝੀ ਭੇਜੀ। ਦਰਦ ਸੁਭਟ ਅਬ ਨਾਹੇ, ਆ ਜਾ ਕੇ ਦੱਸਿਆ ਕਿ ਤੇਰੇ ਆ ਸੂਰਮੇ ਹੁਣ ਲੜਦੇ ਨਹੀਂ ਅੱਗੋਂ। ਜਾਣੇ ਪਰੇ ਨ ਭਾਜ ਗਏ, ਆ ਕੁਝ ਜਾਣਿਆ ਨਹੀਂ ਜਾਂਦਾ ਲਲਾ ਬੇਗ, ਆ ਤੇਰੀ ਸਿਪਾਹੀ ਭੱਜ ਗਏ ਕਿ ਨਹੀਂ। ਜਿਤੋ ਮਰੇ ਰਣ ਖੇਤ, ਆ ਜਾਂ ਫਿਰ ਇਸ ਰਣ ਭੂਮੀ ਅੰਦਰ ਲੜ ਕੇ ਮਾਰੇ ਗਏ। ਸੁਕਤ ਨ ਤੁਮਕ ਨ ਸ਼ੋਰ ਹੈ, ਆ ਨਾ ਤਾਂ ਇਹ ਹੱਥਾਂ ਦੇ ਵਿੱਚ ਬੰਦੂਕਾਂ ਚਲਾਉਂਦੇ, ਨਾ ਕੋਈ ਵਾਰ ਕਰਦੇ, ਬਗੈ ਨ ਕੋਪ ਸਮੇਤ, ਨਾ ਹੀ ਗੁੱਸੇ ਵਿੱਚ ਆ ਕੇ ਆਪਣੇ ਮੂੰਹ ਦੇ ਵਿੱਚੋਂ ਕੋਈ ਸ਼ੋਰ ਰੌਲਾ ਪਾਉਂਦੇ। ਲਾ ਬੇਗ ਕਾਬਲ ਪਤੀ, ਆ ਕਹਿੰਦੇ ਆ ਜਿਹੜਾ ਲਲਾ ਬੇਗ ਕਾਬਲ ਦਾ ਪਤੀ ਬਣ ਕੇ ਆਇਆ ਸੀ। ਸੁਰਤ ਬਾਗ ਬਿਸਮਾਏ, ਐਵੇਂ ਬਾਗ ਗੱਲ ਨੂੰ ਸੁਣ ਕੇ ਬੜਾ ਹੈਰਾਨ ਹੋਇਆ। ਦਸ ਅਨ ਪੰਚ ਸਹਸਰ ਸਹੰਸਰ ਭਟ, ਹਾਂ ਕਹਿਣ ਲੱਗਾ ਪਹਿਲਾਂ 7000 ਦਾ ਦਲ, ਫਿਰ 8000 ਦਾ, 15000 ਦਾ ਭਾਰੀ ਦਲ ਭੇਜਿਆ ਸੀ ਮੈਂ। ਕਮਾ ਭਇਓ ਤੇ ਜਾਏ, ਇਹ ਸਾਰੇ ਕਿੱਥੇ ਗਏ। ਤਿਮਰ ਅਦਕ ਸੂਜਨ ਨਹੀਂ, ਆ ਬੜਾ ਜਿਹੜਾ ਅੱਗੇ ਹਨੇਰਾ ਹੈ, ਕੁਝ ਸੁਝਦਾ ਨਹੀਂ। ਰਹਿਤ ਨ ਬ੍ਰਿੰਦ ਮਸਾਲ, ਐਵੇਂ ਜਿਹੜਾ ਦਾਸ ਆ ਕੇ ਦੱਸਦਾ ਸੀ
ਕਹਿੰਦਾ ਅੱਗੇ ਬੜਾ ਹਨੇਰਾ ਏ, ਮਸ਼ਾਲਾਂ ਵੀ ਬੰਦ ਹੋ ਗਈਆਂ। ਤਾਕ ਤੁਰਕ ਕਨ ਕੋਹਤ ਹੈ। ਆ ਇਸ ਕਰਕੇ ਤੁਰਕ ਆਪਸ ਵਿੱਚ ਲੜ ਕੇ ਮਾਰੇ ਗਏ। ਮਰਤ ਨ ਬੂਝਤ ਕਾਲ। ਆ ਮਾਰੇ ਜਾਂਦੇ ਨੇ ਇੱਕ ਦੂਜੇ ਨਾਲ, ਮੌਤ ਨੂੰ ਜਾਣਦੇ ਨਹੀਂ ਅੱਗੋਂ। ਭਇਓ ਨ ਆਛੋ ਜੰਗ ਕੁਛ। ਐਵੇਂ ਲਲਾ ਬੇਗ ਵਿਚਾਰਦਾ ਏ ਜਿਹੜੀ ਜੰਗ ਕੁਝ ਚੰਗੀ ਨਹੀਂ ਹੋਈ। ਸੋਚਤ ਅਤ ਚਿਤ ਮਾਹੇ। ਐਵੇਂ ਆਪਣੇ ਚਿੱਤ ਦੇ ਵਿੱਚ ਬੜਾ ਸੋਚਣਾ ਕਰਦਾ। ਭਗਨੀ ਨੰਦਨ ਡਿਗ ਪੁਤੋ। ਉਸ ਵੇਲੇ ਕਹਿੰਦੇ ਇਹਦੀ ਭੈਣ ਦਾ ਮੁੰਡਾ ਇਹਦੇ ਕੋਲ ਸੀ, ਕਾਬਲ ਬੇਗ ਜੋ ਆਹੇ। ਜਿਹਦਾ ਨਾਂ ਕਾਬਲ ਬੇਗ ਸੀ ਕੋਲ ਖੜਾ। ਕਹਿਓ ਸੀਤ ਅਤ ਸੈ ਪਰੈ। ਆ ਉਸ ਵੇਲੇ ਲਲਾ ਬੇਗ ਨੇ ਕਾਬਲ ਬੇਗ ਨੂੰ ਕਿਹਾ ਕਿ ਅਗਲੇ ਪਾਸਿਓਂ ਠੰਡ ਬੜੀ ਪੈ ਰਹੀ। ਇਕਸਤ ਹਾਥ ਨ ਕਿਉ ਕੋਏ। ਹਾਂ ਸਾਡੇ ਤਾਂ ਹੱਥ ਵੀ ਨਹੀਂ ਬਾਹਰ ਆਉਂਦੇ ਠੰਡ ਨਾਲ। ਭਏ ਬਿਬਸ ਕਿਤ ਭਾਗ ਗਏ। ਆ ਕੁਝ ਕੁ ਤਾਂ ਕਹਿੰਦੇ ਵਸ ਹੋਏ ਭੱਜ ਗਏ। ਕਹਿ ਸਗਰੇ ਮ੍ਰਿਤ ਹੋਏ। ਆ ਸਾਰੇ ਹੀ ਕਹਿੰਦੇ ਮਾਰੇ ਗਏ ਜਿੰਨੇ ਗਏ ਸੀ। ਦਿਵਸ ਚੜੇ ਜਬ ਜੰਗ ਕੀ। ਹਾਂ ਹੁਣ ਜਦੋਂ ਦਿਨ ਚੜੇਗਾ ਉਦੋਂ ਜੰਗ ਕਰਾਂਗੇ। ਆਛੀ ਬਿਨ ਤਬ ਠਾਨ। ਚੰਗੇ ਤਰੀਕੇ ਨਾਲ ਜੰਗ ਦੀ ਵਿਧੀ ਨੂੰ ਵਿਚਾਰਾਂਗੇ। ਕਹਿ ਲੈਹ ਕਹਿ ਮਾਰ ਹੈ। ਜਾਂ ਤਾਂ ਗੁਰੂ ਨੂੰ ਫੜ ਲਵਾਂਗੇ ਜਾਂ ਇੱਥੇ ਹੀ ਮਾਰ ਦਿਆਂਗੇ। ਨਹੀਂ ਗੁਰ ਜਾਨ। ਗੁਰੂ ਨੂੰ ਇੱਥੋਂ ਜਾਣ ਨਹੀਂ ਦਵਾਂਗੇ ਹੁਣ। ਸੋਰਠਾ ਆਇਓ ਕੰਬਰ ਬੇਗ ਇਤਨੇ। ਆ ਕਹਿੰਦੇ ਇੰਨੇ ਸਮੇਂ ਨੂੰ ਆ ਜਿਹੜਾ ਕਮਰ ਬੇਗ ਅੱਗੇ ਫੌਜਾਂ ਦੀ ਅਗਵਾਈ ਕਰਦਾ ਪਿੱਛੇ ਆਇਆ। ਮੈਂ ਸਭ ਸੁਨ ਕਹਿਓ। ਐਵੇਂ ਸੁਣ ਕੇ ਉਹਨੇ ਸਾਰੀ ਗੱਲ ਕਹੀ। ਕਿਉ ਨਰਦੈ ਉਦਵੇਗ। ਐਵੇਂ ਆ ਕੇ ਲਲਾ ਬੇਗ ਨੂੰ ਕਹਿਣਾ ਕਰਦਾ ਤੇਰੇ ਹਿਰਦੇ ਵਿੱਚ ਤਰਸ ਕਿਉਂ ਨਾ ਆਉਂਦਾ। ਬੇਗ ਧਾਰਤ ਹੋ। ਆਪਣੇ ਹਿਰਦੇ ਵਿੱਚ ਐਵੇਂ ਇੰਨਾ ਕਠੋਰਤਾ ਕਿਉਂ ਧਾਰਨ ਕੀਤੀ। ਧਾਰਤ ਹੋ ਸੁਖ ਥੋ ਸੋ ਤੇਰੇ। ਆਪਣੇ ਹਿਰਦੇ ਵਿੱਚ ਬੜਾ ਹੀ ਸੁਖ ਧਾਰਨ ਕਰਕੇ ਤੂੰ ਇੱਥੇ ਖੜਾ ਏ। ਆਏ ਪਰੇ ਗੁਰ ਸੈਨ ਤੁਮ। ਆ ਉਧਰੋਂ ਅਗਲੇ ਪਾਸੇ ਗੁਰੂ ਦੀ ਸੈਨਾ ਆ ਕੇ ਪੈ ਗਈ। ਤੇ ਕੁਛ ਹੋਵੈ ਨਾਹੀ। ਆ ਤੇਰੇ ਕੋਲ ਲਲਾ ਬੇਗ ਕੋਈ ਚਾਰਾ ਹੀ ਨਹੀਂ ਚੱਲਦਾ ਹੁਣ। ਵਰਤੈ ਹੈ ਜਮ ਐਨ। ਆ ਹੁਣ ਤਾਂ ਜਮਾਂ ਦੇ ਘਰ ਨੂੰ ਭੇਜੀ ਜਾਂਦਾ ਏ ਸਾਨੂੰ। ਲਸ਼ਕਰ ਆਗੇ ਹਟਿਓ। ਜਿਹੜਾ ਵੀ ਲਸ਼ਕਰ ਅੱਗੇ ਜਾਂਦਾ ਸਿੱਖਾਂ ਦਾ ਗੁਰੂ ਜਮ ਦੇ ਘਰ ਨੂੰ ਹੀ ਭੇਜ ਦਿੰਦਾ। ਕਾਗਦ ਤੁਮ ਕੋ ਜਾਏ ਲਵਪੁਰ। ਆ ਹੁਣ ਲਲਾ ਬੇਗ ਤੈਨੂੰ ਵੱਢ ਕੇ ਆ ਸਿੱਖਾਂ ਦਾ ਪੀਰ ਲਾਹੌਰ ਵੱਲ ਜਾਏਗਾ। ਲਗ ਮਿਟ ਹੈ ਨਹੀਂ। ਆ ਤੇਰੇ ਕੋਲੋਂ ਕੁਝ ਵੀ ਹੋਵੇਗਾ ਨਹੀਂ। ਕਿਉ ਨਹਿ ਕਰਤ ਉਪਾਏ। ਆ ਹੁਣ ਤੂੰ ਕੋਈ ਚਾਰਾ ਕਿਉਂ ਨਹੀਂ ਕਰਦਾ। ਜਬ ਲਗ ਇਹਾਂ ਨ ਆਵਈ। ਆ ਜਦੋਂ ਤੱਕ ਸਿੱਖਾਂ ਦਾ ਗੁਰੂ ਇੱਥੇ ਨਹੀਂ ਆਉਂਦਾ। ਭਲੇ ਆਏ ਹੈ ਲੈਨ। ਅਸੀਂ ਤਾਂ ਚੰਗੇ ਇੱਥੇ ਘੋੜੇ ਲੈਣ ਆਏ। ਨਿਕਟ ਰਹੇ ਪੀ ਜਾਏ। ਆ ਜਿਹੜੇ ਸਾਡੇ ਘੋੜੇ ਸਨ ਉਹ ਵੀ ਇੱਥੇ ਜੰਗ ਦੇ ਵਿੱਚ ਮਾਰੇ ਗਏ ਹੁਣ। ਕਹਿਓ ਪ੍ਰਾਨਨ ਦੈਨ। ਆ ਹੁਣ ਸਾਡੇ ਪ੍ਰਾਣਾਂ ਨੂੰ ਨਾਸ਼ ਕਰ ਦਵੇਗਾ। ਬਹੁ ਇਮ ਦ੍ਰਿਸ਼ਟਵਾਈ। ਆ ਐਵੇਂ ਕਮਰ ਬੇਗ ਕਹਿੰਦਾ ਲਲਾ ਬੇਗ ਮੈਨੂੰ ਐਵੇਂ ਲੱਗਦਾ ਗੁਰੂ ਜਿਹੜਾ ਸਾਡੇ ਪ੍ਰਾਣਾਂ ਨੂੰ ਵੀ ਨਾਸ਼ ਕਰ ਦਵੇਗਾ। ਸੁਨ ਸਚਿੰਤ ਚਿਤ ਹੋਏ। ਐਵੇਂ ਕਹਿੰਦੇ ਸੁਣ ਕੇ ਲਲਾ ਬੇਗ ਬੜੀ ਚਿੰਤਾ ਵਿੱਚ ਆਇਆ। ਲਲਾ ਬੇਗ ਕੁਛ ਮੌਨ ਧਰ। ਚਿੰਤਾ ਦੇ ਵਿੱਚ ਆ ਕੇ ਕਹਿੰਦੇ ਚੁੱਪ ਕਰ ਗਿਆ, ਕੁਝ ਬੋਲਿਆ ਹੀ ਨਹੀਂ। ਕਹਿਓ ਜਹਤ ਗੁਰ ਸੋਏ। ਆ ਮਨ ਦੇ ਵਿੱਚ ਤਾਂ ਚਾਹੁੰਦਾ ਕਿ ਜਾ ਕੇ ਗੁਰੂ ਨੂੰ ਫੜ ਲਵਾਂ। ਜਮ ਤੇ ਕਹਿਓ ਸੁਜਾਵਹੀ। ਆ ਹੁਣ ਤਾਂ ਕਹਿੰਦਾ ਗੁਰੂ ਦੇ ਕੋਲ ਜਾਣਾ ਤੇ ਸਿੱਧਾ ਰੱਬ ਦੇ ਕੋਲ ਨਰਕਾਂ ਦੇ ਵਿੱਚ ਹੀ ਜਾਣਾ ਹੋਇਆ। ਦੋਹਰਾ ਲਲਾ ਬੇਗ ਕੇ ਸੁਤ ਖੜੇ। ਐਵੇਂ ਕਹਿੰਦੇ ਲਲਾ ਬੇਗ ਦੇ ਦੋ ਪੁੱਤਰ ਕੋਲ ਖੜੇ ਸਨ। ਬੋਲੇ ਕੋਪ ਸਮੇਤ। ਐਵੇਂ ਗੁੱਸੇ ਵਿੱਚ ਆ ਕੇ ਬੋਲਿਆ। ਕਰਮ ਨ ਅਬ ਆਗੇ ਪਠੋ। ਆ ਕਹਿਣ ਲੱਗਾ ਹੁਣ ਟਲੋ ਨਾ ਤੁਸੀਂ, ਅੱਗੇ ਨੂੰ ਵਧੋ। 10 ਸਹੰਸ ਰਣ ਖੇਤ। ਆ 10,000 ਦਾ ਭਾਰੀ ਦਲ ਲੈ ਕੇ ਜਾਓ। ਪਾਤੜੀ ਛੰਦ ਤਹ ਰਹਿ ਲੜਤ ਆਗਾ ਸੁਰੂਕ। ਹਾਂ ਹੁਣ ਅੱਗੇ ਜਾ ਕੇ ਸਿੱਖਾਂ ਦੇ ਨਾਲ ਲੜਨਾ ਕਰੋ। ਜੰਗ ਖੇਤ ਛੂਛਾ ਪਿਲੋਕ। ਆ ਜੰਗ ਦੇ ਮੈਦਾਨ ਨੂੰ ਐਵੇਂ ਖਾਲੀ ਨਾ ਛੱਡੋ। ਜਬ ਲੋ ਨਾ ਪ੍ਰਾਪਤ ਹੋਵੇ ਪ੍ਰਕਾਸ਼। ਆ ਜਦੋਂ ਤੱਕ ਕਹਿੰਦੇ ਅਸਮਾਨ ਦੀ ਹਿੱਕ ਚੀਰ ਕੇ ਸੂਰਜ ਬਾਹਰ ਨਹੀਂ ਆਉਂਦਾ। ਤਹ ਕਰੇ ਜੋ ਤੇਰੇ ਪ੍ਰਕਾਸ਼।
ਮਨ ਵਿਨਾਸ਼। ਆਉਣਾ ਚਿਰ ਦਿਨ ਚੜ੍ਹਦਿਆਂ ਤੱਕ ਇਹਨਾਂ ਨਾਲ ਜੰਗ ਕਰੋ। ਦਿਨ ਚਰੇ ਵੀਰ ਸਜਰੇ ਸੰਭਾਲ। ਆ ਦਿਨ ਚੜ੍ਹਦਿਆਂ ਇਹ ਸਾਰੇ ਸੂਰਮੇ ਇਕੱਠੇ ਕਰਕੇ ਇੱਕ ਬਾਰ ਵਿਪਨ ਪਰ ਹੇਲ ਕਾਲ। ਆ ਇੱਕੋ ਵਾਰੀ ਆ ਸਿੱਖਾਂ ਉੱਪਰ ਹਮਲਾ ਕਰ ਦਿਆਂਗੇ। ਤਬ ਲੀਨ ਪਕੜ ਕੈਦ ਦੇ ਸੰਘਾਰ। ਆ ਫਿਰ ਉਸ ਵੇਲੇ ਆ ਗੁਰੂ ਨੂੰ ਛੇਤੀ ਨਾ ਫੜ ਲਵਾਂਗੇ। ਹੈ ਲੀਨ ਸ਼ਾਹੂ ਕੇ ਕਰਹਿ ਕਾਰ। ਐਵੇਂ ਬਾਦਸ਼ਾਹ ਦੇ ਘੋੜੇ ਲੈ ਕੇ ਵਾਪਸ ਜਾਵਾਂਗੇ। ਅਬ ਜੰਗ ਜਾਏ ਪੇ ਪਠੋ ਨਾਹੇ। ਹਾਂ ਹੁਣ ਜਾ ਕੇ ਜੰਗ ਕਰੋ, ਐ ਭੱਜੋ ਨਾ। ਲਸ਼ਕਰ ਸਮੂਹ ਨਿਜ ਰਖੋ ਬਾਹੇ। ਆ ਭਾਰੀ ਲਸ਼ਕਰ ਆਪਣੇ ਕੋਲ ਰੱਖਣਾ ਕਰੋ। ਸਭ ਦਲ ਸਕੇਲ ਜੋ ਸੋ ਪਰਹਿ ਧਾਏ। ਆ ਕਹਿੰਦੇ ਸਾਰਾ ਦਲ ਲੈ ਕੇ ਅੱਗੇ ਨੂੰ ਵਧਣ ਲੱਗੇ। ਜਿਨ ਬਹੁਤ ਵੀਰ ਮਾਰੇ ਵਿਸਾਏ। ਆ ਜਿਨ੍ਹਾਂ ਨੇ ਕਹਿੰਦੇ ਭਾਰੀ ਵੀਰ ਸੂਰਮੇ ਮਾਰੇ ਸਨ, ਉਹਨਾਂ ਸਿੱਖਾਂ ਦੇ ਵੱਲ ਹੁਣ ਅੱਗੇ ਨੂੰ ਵਧਣ ਲੱਗੇ ਨੇ ਭਾਰੀ ਦਲ ਲੈ ਕੇ। ਹੁਣ ਇੱਥੇ ਸਮੇਂ ਦੀ ਸਮਾਪਤੀ ਹੈ, ਕਥਾ ਦਾ ਵਿਸ਼ਰਾਮ ਲਾਉਂਦੇ ਆ। ਜਿਵੇਂ ਅੱਗੇ ਆ ਮੁਗਲ ਚੜ੍ਹ ਕੇ ਜਾਣਗੇ ਪਾਤਸ਼ਾਹ ਵੱਲ, ਅੱਗੇ ਪਾਤਸ਼ਾਹ ਵੱਡੇ ਵੱਡੇ ਸੂਰਮੇ ਜਰਨੈਲਾਂ ਨੂੰ ਭੇਜ ਕੇ ਇਹਨਾਂ ਦੇ ਨਾਲ ਜੰਗ ਕਰਨਗੇ। ਆਪੇ ਅੱਗੇ ਵਿਚਾਰਨਾ ਕਰਾਂਗੇ। ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਆਪ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਅਣਜਾਣ ਜੀਵ ਸਮਝ ਕਰਕੇ ਬਖਸ਼ ਦੇਣਾ ਜੀ। ਕਾਂ ਤੋਂ ਪਾਤਸ਼ਾਹ ਕਥਾ ਕਰਨ ਦੀ ਸੋਝੀ ਬਖਸ਼ ਦੇਣ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਆਪ ਜੰਗ ਪਾਏ ਜੇ ਪਠੋ ਨਾਹੇ। ਲਸ਼ਕਰ ਸਮੂਹ ਨਿਜ ਰਖੋ ਪਾਹੇ। ਸਭ ਦਲ ਸੁਕੇਲ ਸੋ ਪਰਹਿ ਧਾਏ। ਜਿਨ ਬਹੁਤ ਵੀਰ ਮਾਰੇ ਵਿਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗਦੀਸ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।